ਧੰਨ ਵਾਹਿਗੁਰੂ ਜੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ। ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਦੀਨ ਦੁਨੀ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਦੇ ਪਾਠ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸਤਿਗੁਰੂ ਦੀ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਅੱਜ ਦੇ ਇਹ ਵਿਸ਼ੇਸ਼ ਗੁਰਮਤਿ ਦੀਵਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਤਾਰੀਖ ਦੇ ਅੰਦਰ, ਇਤਿਹਾਸ ਦੇ ਅੰਦਰ ਸਾਨੂੰ ਮਹਾਨ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਹੈ, ਹੋਲੇ ਮਹੱਲੇ ਦੇ ਸੰਬੰਧ ਵਿੱਚ ਆਪਾਂ ਸਤਿਗੁਰੂ ਦੀ ਮੁਬਾਰਕ ਬਾਣੀ, ਗੁਰੂ ਸਾਹਿਬਾਨ ਦੀ ਬਖਸ਼ਿਸ਼ ਕੀਤੀ ਹੋਈ ਵਿਰਾਸਤ ਦੀ ਰੌਸ਼ਨੀ ਦੇ ਵਿੱਚ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸ਼ਹੀਦਾਂ ਦੇ ਸਿਰ ਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗਾਇਨ ਕੀਤਾ ਹੈ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਮੁਬਾਰਕ ਪੰਕਤੀ ਦੇ ਵਿੱਚ ਦੋ ਮੁੱਖ ਖਿਆਲ ਜਿਹੜੇ ਹਨ ਉਹ ਪ੍ਰਗਟ ਕੀਤੇ ਹਨ। ਇੱਕ ਤਾਂ ਇਹ ਡੈਫੀਨੇਸ਼ਨ, ਇਹ ਪਰਿਭਾਸ਼ਾ ਦਿੱਤੀ ਹੈ ਵੀ ਸੂਰਮਾ ਕੌਣ ਹੈ? ਜਿਸ ਦੇ ਸਰੀਰ ਵਿੱਚ ਬਲ ਹੈ, ਜਿਹੜਾ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਤੇ ਜਿਹੜਾ ਮਾਰੋ ਮਾਰ ਕਰਦਾ ਹੋਇਆ ਵੱਧ ਤੋਂ ਵੱਧ ਮਾਨਵ ਘਾਣ ਕਰ ਸਕਦਾ ਹੈ, ਹਜ਼ੂਰ ਨੇ ਉਸ ਨੂੰ ਸੂਰਮਾ ਨਹੀਂ ਕਿਹਾ। ਸਤਿਗੁਰੂ ਮਹਾਰਾਜ ਨੇ ਉਸ ਨੂੰ ਸੂਰਮਾ ਕਿਹਾ ਜਿਹੜਾ ਹਰ ਇੱਕ ਪ੍ਰਾਣੀ ਮਾਤਰ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਨੂੰ ਮਹਿਸੂਸ ਕਰਦਾ ਹੈ, ਜਿਹੜਾ ਰੰਗ ਸ਼ਬਦ ਹੈ ਡਿਫਾਈਨ ਕਰਦਾ ਹੈ। ਇਹ ਆਪਣੇ ਆਪ ਵਿੱਚ ਇਸ ਗੱਲ ਵਾਲੇ ਪਾਸੇ ਸਾਡਾ ਧਿਆਨ ਕੇਂਦਰਿਤ ਕਰਦਾ ਹੈ, ਪਰਮੇਸ਼ਰ ਦਾ ਪਿਆਰ। ਵੈਸੇ ਗੁਰਬਾਣੀ ਦੇ ਅੰਦਰ ਰੰਗ ਸ਼ਬਦ ਜਿਹੜਾ ਉਹ ਕਈ ਅਰਥਾਂ ਵਿੱਚ ਆਉਂਦਾ ਹੈ। ਰੰਗ ਦਾ ਅਰਥ ਚੋਜ ਤਮਾਸ਼ੇ ਵੀ ਹਨ, ਰੰਗ ਦਾ ਅਰਥ ਕਲਰ ਵੀ ਹੈ, ਰੰਗ ਦਾ ਅਰਥ ਪ੍ਰੇਮ ਵੀ ਹੈ, ਰੰਗ ਦਾ ਅਰਥ ਉਤਸ਼ਾਹ ਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਰੰਗ ਸ਼ਬਦ ਦਾ ਜਿਹੜਾ ਅਰਥ ਹੈ ਉਹ ਹੈ ਪ੍ਰੇਮ। ਜਾ ਕਉ ਹਰ ਰੰਗ ਲਾਗੋ
ਇਸ ਜੋਗਮ ਹੈ। ਵੈਸੇ ਰੰਗ ਸ਼ਬਦ ਦਾ ਅਰਥ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਪ੍ਰਭਾਵ ਗ੍ਰਹਿਣ ਕਰਨਾ ਵੀ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਮਹਾਰਾਜ ਦੀ ਇਹ ਪੰਕਤੀ, ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵੱਡ ਭਾਗਾ। ਇਹਦਾ ਭਾਵ ਹੁੰਦਾ ਜਿਸ ਨੇ ਪਰਮੇਸ਼ਰ ਦਾ ਗੂੜਾ ਪ੍ਰਭਾਵ ਗ੍ਰਹਿਣ ਕਰ ਲਿਆ। ਜਿਵੇਂ ਗੂੜਾ ਰੰਗ ਕੱਪੜੇ ਤੇ ਚੜ੍ਹ ਜਾਂਦਾ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਬਾ ਕਮਾਲ ਸ਼ਬਦ ਉਚਾਰਨ ਕੀਤਾ। ਹਜ਼ੂਰ ਆਖਦੇ ਨੇ, ਸਾਡਾ ਇਹ ਸਰੀਰ ਜਿਹੜਾ ਹੈ ਨਾ, ਇਹਨੂੰ ਸਮਝੋ ਵੀ ਜਿਹੜਾ ਸਾਡਾ ਜੀਵਨ ਹੈ ਇੱਕ ਚੋਲੇ ਦੀ ਨਿਆਈ ਹੈ। ਅਸੀਂ ਕੱਪੜਾ ਲੈਣ ਵਾਸਤੇ ਜਾਈਏ ਨਾ ਦੁਕਾਨ ਦੇ ਉੱਤੇ, ਦੁਕਾਨਦਾਰ ਬੜੀ ਘੱਟ ਕੋਸਟ ਦੇ ਉੱਤੇ, ਥੋੜ੍ਹੇ ਮੁੱਲ ਦੇ ਉੱਤੇ ਵਧੀਆ ਕੱਪੜਾ ਸਾਨੂੰ ਵਿਖਾ ਰਿਹਾ ਹੋਵੇ ਅਤੇ ਕੱਪੜਾ ਵੀ ਸਾਡੇ ਪਸੰਦ ਹੋਵੇ, ਵੀ ਕੱਪੜਾ ਵੀ ਵਧੀਆ ਹੈ, ਹੰਢਣਸਾਰ ਹੈ, ਜਾਇਜ਼ ਰੇਟ ਦੇ ਉੱਤੇ ਵੀ ਹੈ। ਅਤੇ ਇੱਕ ਗੱਲੋਂ ਕਈ ਵਾਰ ਸਾਡੀ ਘੁੰਡੀ ਅੜ ਜਾਂਦੀ, ਉਹ ਕੀ ਹੈ ਵੀ ਸਾਨੂੰ ਰੰਗ ਪਸੰਦ ਨਹੀਂ। ਉਹ ਆਖੇ ਵੀ ਲੈ ਜਾਓ, ਇੰਨਾ ਸਸਤਾ ਕੱਪੜਾ, ਇੰਨਾ ਵਧੀਆ ਕੱਪੜਾ ਕਿਤੇ ਤੁਹਾਨੂੰ ਮਿਲ ਨਹੀਂ ਸਕਦਾ। ਅਸੀਂ ਕਹਾਂਗੇ ਅਸੀਂ ਤੇਰੀਆਂ ਦੋਵਾਂ ਗੱਲਾਂ ਨਾਲ ਐਗਰੀ ਹਾਂ, ਸਹਿਮਤ ਹਾਂ, ਪਰ ਕੀ ਕਰੀਏ, ਰੰਗ ਪਸੰਦ ਨਹੀਂ। ਰੰਗ ਵੀ ਤਾਂ ਜੱਚਦਾ ਹੋਵੇ ਨਾ। ਅਸੀਂ ਸਭ ਤੋਂ ਪਹਿਲਾਂ ਆਖਦੇ ਵੀ ਇਸ ਰੰਗ ਦਾ ਕੱਪੜਾ ਲੈਣਾ, ਫਿਰ ਉਹਦੀ ਕੁਆਲਿਟੀ ਨੂੰ ਵੇਖਿਆ ਜਾਂਦਾ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਨੇ ਆਖਿਆ, ਹਰ ਬੰਦਾ ਸੰਸਾਰ ਦਾ ਆਪਣੀ ਕੁਆਲਿਟੀ ਦਾ ਜ਼ਿਕਰ ਕਰਦਾ ਹੈ। ਕੋਈ ਆਪਣੀ ਕੁੱਲ ਨੂੰ ਕੁਆਲਿਟੀ ਮੰਨਦਾ ਹੈ, ਕੋਈ ਆਪਣੇ ਮਜ਼ਹਬ ਨੂੰ ਕੁਆਲਿਟੀ ਮੰਨਦਾ ਹੈ, ਕੋਈ ਆਪਣੀ ਬਰਾਦਰੀ ਨੂੰ ਕੁਆਲਿਟੀ ਮੰਨਦਾ ਹੈ, ਕੋਈ ਧਰਮ ਪੁਸਤਕਾਂ ਪੜ੍ਹਿਆ ਇਸ ਨੂੰ ਕੁਆਲਿਟੀ ਮੰਨਦਾ ਹੈ, ਕੋਈ ਦਾਨੀ ਬਹੁਤ ਹੈ ਇਸ ਨੂੰ ਕੁਆਲਿਟੀ ਮੰਨਦਾ ਹੈ। ਹਜ਼ੂਰ ਨੇ ਆਖਿਆ ਸਭ ਬਾਅਦ 'ਚ ਵੇਖਿਆ ਜਾਏਗਾ, ਪਹਿਲਾਂ ਇਹ ਵੇਖੇਗਾ ਉਹ ਮਾਲਕ ਵਾਹਿਗੁਰੂ ਵੀ ਉਹਨੂੰ ਰੰਗ ਵੀ ਪਸੰਦ ਹੈ ਤੁਹਾਡੇ ਸਰੀਰ ਦੇ ਚੋਲੇ ਦਾ ਕਿ ਨਹੀਂ। ਹਜ਼ੂਰ ਨੇ ਉਦਾਹਰਣ ਕਿੱਡੀ ਬਾ ਕਮਾਲ ਦਿੱਤੀ, ਕਹਿੰਦੇ ਜਿਹੜਾ ਰੰਗ ਅਸੀਂ ਚਾੜ੍ਹ ਲਿਆ ਨਾ, ਇਹ ਉਹਨੂੰ ਕਤਈ ਪ੍ਰਵਾਨ ਨਹੀਂ। ਉਹ ਕਿਹੜਾ ਰੰਗ ਹੈ? ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਇਹ ਤਨ ਮਾਇਆ ਪਾਹਿਆ ਪਿਆਰੇ। ਪਾਹ ਹੁੰਦੀ ਹੈ ਫਟਕੜੀ, ਨਮਕ, ਇਹੋ ਜਿਹੀਆਂ ਕੈਮੀਕਲ ਜਿਹੜੇ ਨੇ ਪਹਿਲਾਂ ਸਭ ਤੋਂ ਪਹਿਲਾਂ ਉਸ ਕੱਪੜੇ ਨੂੰ ਪਾਹ ਚਾੜੀ ਜਾਂਦੀ ਹੈ ਤਾਂ ਕਿ ਉਹਦੇ ਉੱਤੇ ਰੰਗ ਪ੍ਰੋਪਰ ਢੰਗ ਨਾਲ ਚੜ੍ਹ ਸਕੇ ਅਤੇ ਉਹਦੇ ਰੇਸ਼ਿਆਂ ਵਿੱਚ ਡੂੰਘਾ ਉਤਰ ਸਕੇ। ਜਾ ਕਉ ਹਰ ਰੰਗ ਲਾਗੋ ਇਸ ਜੋਗਮ ਹੈ। ਆਪਾਂ ਰੰਗ ਦਾ ਜ਼ਿਕਰ ਕਰ ਰਹੇ ਹਾਂ ਵੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਫਰਮਾਇਆ, ਕਹਿੰਦੇ ਇਹ ਤਨ ਦਾ ਭਾਵ ਇੱਥੇ ਜੀਵਨ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਮਾਇਆ ਦੀ ਪਾਹ ਚੜੀ ਹੋਈ ਹੈ ਅਤੇ ਰੰਗਿਆ ਕਾਹਦੇ ਨਾਲ ਹੈ? ਲੱਭ, ਚਸਕਿਆਂ ਨਾਲ। ਚਸਕਿਆਂ ਨਾਲ ਭਰਿਆ ਪਿਆ ਜੀਵਨ। ਉਹ ਚਸਕਿਆਂ ਦੇ ਗ੍ਰਿਫਤ ਵਿੱਚ, ਕੰਟਰੋਲ ਵਿੱਚ ਅਸੀਂ ਸਾਰਾ ਜੀਵਨ ਭਟਕਦੇ ਹਾਂ। ਲੀਤੜਾ ਲੱਭ ਰੰਗਾਏ, ਅਤੇ ਹਜ਼ੂਰ ਨੇ ਆਖਿਆ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜਾ ਜਾਏ। ਫਿਰ ਅੱਗੇ ਜਾ ਕੇ ਇੱਕ ਬਾ ਕਮਾਲ ਸ਼ਬਦ ਵਰਤਿਆ ਇਸੇ ਸ਼ਬਦ ਦੇ ਵਿੱਚ, ਅਗੇਰੀਆਂ ਪੰਕਤੀਆਂ ਨੇ। ਉੱਥੇ ਮਹਾਰਾਜ ਕਹਿੰਦੇ ਨੇ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਉਹ ਕਾਹਦੇ ਵਿੱਚ ਰੱਤੇ ਹੋਏ ਨੇ? ਸਤਿਗੁਰੂ ਨੇ ਦੋ ਰੰਗਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਬਾਣੀ। ਵੈਸੇ ਤਾਂ ਸੂਹੇ ਰੰਗ ਦਾ ਵੀ ਕੀਤਾ ਹੈ, ਲਾਲ ਰੰਗ ਦਾ ਵੀ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਤੇ ਰੰਗ ਦਾ ਵੀ ਕੀਤਾ ਹੈ। ਪਰ ਚੇਤੇ ਰੱਖਿਓ, ਮੁੱਖ ਦੋ ਰੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਵੱਖਰੇ ਵੱਖਰੇ ਕੋਣ ਤੋਂ ਐਕਸਪਲੇਨ ਕੀਤਾ। ਇੱਕ ਹੈ ਕਸੁੰਭ ਦਾ ਰੰਗ। ਕਸੁੰਭ ਇੱਕ ਬੂਟੀ ਹੈ, ਬੜੀ ਸ਼ੋਖ ਰੰਗ ਦੀ। ਉਹਦਾ ਰੰਗ ਬੜਾ ਗੂੜਾ ਹੁੰਦਾ ਹੈ, ਪਰ ਜੇ ਉਹਨੂੰ ਹੱਥ ਲਾਇਆ ਜਾਏ ਉਹਦੀਆਂ ਪੱਤੀਆਂ ਨੂੰ, ਤਾਂ ਉਹ ਫੁੱਲ ਦਾ ਰੰਗ ਤੁਹਾਡੇ ਹੱਥਾਂ ਨੂੰ ਲੱਗ ਜਾਏਗਾ, ਇੰਨਾ ਕੱਚਾ ਹੁੰਦਾ। ਮੀਂਹ ਪੈ ਜਾਏ ਅਤੇ ਉਸੇ ਵੇਲੇ ਹੀ ਉਹਦਾ ਰੰਗ ਢਲ ਕੇ ਜ਼ਮੀਨ 'ਤੇ ਡੁੱਲ ਜਾਂਦਾ। ਰੰਗ ਬੜਾ ਸ਼ੋਖ ਹੈ, ਅੱਖ ਨੂੰ ਚੰਗਾ ਲੱਗਦਾ, ਪਰ ਹੈ ਬੜਾ ਕੱਚਾ। ਸਤਿਗੁਰੂ ਮਹਾਰਾਜ ਨੇ ਜਿਹੜੀ ਚਸਕਿਆਂ ਦੀ ਜ਼ਿੰਦਗੀ ਹੈ, ਔਗਣਾਂ ਦੀ ਜ਼ਿੰਦਗੀ ਹੈ, ਉਹਨੂੰ ਹਜ਼ੂਰ ਨੇ ਕੰਪੇਅਰ ਕੀਤਾ ਹੈ ਕਸੁੰਭੇ ਦੇ ਰੰਗ ਨਾਲ। ਆਖਿਆ ਇਹਦੀ ਵਿੱਤ, ਇਹਦੀ ਪਾਇਆ ਬੜੀ ਥੋੜ੍ਹੀ ਹੈ, ਨਿਭਣ ਵਾਲੀ ਚੀਜ਼ ਨਹੀਂ ਹੈ। ਸਤਿਗੁਰੂ ਨੇ ਆਖਿਆ ਕੱਚਾ ਰੰਗ ਕਸੁੰਭ ਕਾ, ਥੋੜੜਿਆ ਦਿਨ ਚਾਰ ਜੀਓ, ਵਿਣ ਨਾਵੈ ਭ੍ਰਮ ਭੁੱਲੀਆ ਠੱਗ, ਮੁੱਠੀ ਕੂੜਿਆਰ ਜੀਓ। ਹੁਣ ਸਤਿਗੁਰੂ ਮਹਾਰਾਜ ਨੇ ਜਿਹੜੇ ਚੋਲੇ ਦਾ ਜ਼ਿਕਰ ਕੀਤਾ ਸੀ ਵੀ ਇਹ ਚੋਲਾ ਰਤਿਆ ਜਾਏ ਅਤੇ ਪਰਮੇਸ਼ਰ ਦੇ ਨੇੜੇ ਹੋ ਜਾਈਦਾ, ਉਹਨੂੰ ਕਿਹੜਾ ਰੰਗ ਪਸੰਦ ਹੈ? ਉਹ ਹੈ ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਢੋਲਾ। ਸਦ ਰੰਗ ਦਾ ਮਤਲਬ ਹੈ ਰੰਗ ਕਦੇ ਉਤਰਦਾ ਨਹੀਂ।
ਇਸ ਚੋਲੇ ਨੇ ਦੇਗਾਂ ਵੀ ਹੰਢਾਈਆਂ, ਇਸ ਚੋਲੇ ਨੇ ਚਰਖੜੀਆਂ ਵੀ ਵੇਖੀਆਂ, ਇਸ ਚੋਲੇ ਨੇ ਬੰਦ ਵੀ ਕਟਾਏ। ਇਸ ਚੋਲੇ ਤੇ ਬੇਬਹਾ ਜ਼ੋਰ ਲੱਗਿਆ ਵੀ ਇਸ ਦੇ ਰੰਗ ਨੂੰ ਢੈਲਾ ਫਿੱਕਾ ਤੇ ਘੱਟੋ ਘੱਟ ਡੱਬ ਖੜੱਬਾ ਹੀ ਕਰ ਦਿੱਤਾ ਜਾਏ। ਪਰ ਸਾਹਮਣੇ ਖੜੀਆਂ ਹੋਈਆਂ ਤਾਕਤਾਂ ਦਾ ਕੋਈ ਵਸ, ਕੋਈ ਜ਼ੋਰ ਨਾ ਚੱਲਿਆ, ਕਿਉਂਕਿ ਰੰਗ ਰੇਸ਼ਿਆਂ ਵਿੱਚ ਡੂੰਘਾ ਉਤਰ ਗਿਆ ਸੀ। ਇਹ ਰੰਗ ਇੰਨਾ ਪੱਕਾ ਸੀ ਵੀ ਇਹਨੂੰ ਉਬਲਦੀਆਂ ਦੇਗਾਂ ਵੀ ਫਿੱਕਾ ਨਾ ਪਾ ਸਕੀ। ਸਾਹਿਬ ਸਤਿਗੁਰੂ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਇਹ ਮਜੀਠ ਦਾ ਰੰਗ ਸਭ ਤੋਂ ਪੱਕਾ ਰੰਗ ਹੈ। ਔਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੂਰਮਾ ਉਹਨੂੰ ਕਿਹਾ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੇ ਅਹਿਸਾਸ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੈਂ ਜੀਵਨ ਪੜ੍ਹਦਾ ਤੇ ਸਾਡੇ ਵਿਦਵਾਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਉਕਰਦਿਆਂ ਬਿਰਤਾਂਤ ਲਿਖਦਿਆਂ ਇੱਕ ਬੜੀ ਬਾਕਮਾਲ ਗੱਲ ਲਿਖੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਨਮੁਖ ਹਾਲਾਤ ਬੜੀ ਅਜੀਬ ਕਿਸਮ ਦੀ ਕਰਵਟ ਲੈ ਚੁੱਕੇ ਸਨ। ਕੌਮਾਂ ਦੇ ਜੀਵਨ ਵਿੱਚ ਵੀ ਨਾ ਮੌਸਮ ਆਉਂਦੇ ਨੇ, ਜਿਵੇਂ ਆਪਾਂ ਮੌਸਮ ਹੰਡਾਉਂਦੇ ਨਾ, ਸਰਦੀ ਆ ਜਾਏ ਤੇ ਉਹੋ ਜਿਹੇ ਕੱਪੜੇ ਪਾਈਦੇ ਨੇ, ਬਰਸਾਤ ਹੋਵੇ ਤੇ ਉਸ ਹਿਸਾਬ ਨਾਲ, ਧੁੱਪ ਲੱਗੀ ਹੋਵੇ ਤੇ ਤਾਂ ਆਪਣਾ ਆਪ ਵੇਖੀਦਾ, ਗਰਮੀ ਆ ਜਾਏ ਤੇ ਤਾਂ। ਕੌਮਾਂ ਵੀ ਵੱਖਰੇ ਵੱਖਰੇ ਮੌਸਮ, ਇਨਵਾਇਰਮੈਂਟ ਹੰਡਾਉਂਦੀਆਂ ਨੇ। ਜਿਹੜੀਆਂ ਕੌਮਾਂ ਨੂੰ ਆਪਣੇ ਸਫ਼ਰ ਕਰਨੇ ਨਾ ਆਉਣ ਮਾਹੌਲ ਦੇ ਮੁਤਾਬਕ, ਉਹ ਇੱਕ ਚੀਜ਼ ਵਿੱਚ ਅਟਕ ਕੇ ਉਲਝ ਜਾਂਦੀਆਂ ਨੇ ਤੇ ਖ਼ਤਮ ਹੋ ਜਾਂਦੀਆਂ ਨੇ, ਉਹ ਬਿਮਾਰ ਹੋ ਜਾਂਦੀਆਂ। ਹੁਣ ਬੇਬਹਾ ਠੰਡ ਹੋਵੇ ਤੇ ਬੰਦਾ ਆਖੇ ਮੈਂ ਗਰਮੀ ਦੇ ਕੱਪੜੇ ਹੀ ਪਾਉਣੇ ਨੇ, ਹੱਠ ਕਰਕੇ ਬਹਿ ਜਾਏ ਤੇ ਉਹ ਬਿਮਾਰ ਹੀ ਹੋਏਗਾ ਨਾ, ਉਹਨੂੰ ਹਸਪੀਟਲ ਹੀ ਐਡਮਿਟ ਕਰਾਉਣਾ ਪਏਗਾ ਨਾ। ਇਹਦਾ ਮਤਲਬ ਹੈ ਉਹ ਅੜੀ ਕਰਦਾ ਹੈ, ਕੁਦਰਤ ਦੇ ਨਿਯਮਾਂ ਦੇ ਖਿਲਾਫ ਚੱਲਦਾ ਹੈ। ਉਹ ਆਪਣੇ ਆਪ ਨੂੰ ਸਿਕਿਉਰ ਨਹੀਂ ਰੱਖ ਪਾਏਗਾ, ਸੇਫ ਨਹੀਂ ਰੱਖ ਪਾਏਗਾ, ਉਹ ਬਿਮਾਰੀਆਂ ਦਾ ਸ਼ਿਕਾਰ ਹੋਏਗਾ। ਇਸੇ ਤਰ੍ਹਾਂ ਕੌਮਾਂ ਦੇ ਸਾਹਮਣੇ ਵਿਗੜੇ ਹਾਲਾਤ ਵੀ ਆਉਂਦੇ ਨੇ, ਚੰਗੇ ਹਾਲਾਤ ਵੀ ਆਉਂਦੇ ਨੇ, ਦੁੱਖ ਦੇ ਮੁਸੀਬਤਾਂ ਦੇ ਪਹਾੜ ਵੀ ਟੁੱਟਦੇ ਨੇ, ਸੁੱਖ ਸਹੂਲਤਾਂ ਦੇ ਵਕਤ ਵੀ ਆਉਂਦੇ ਨੇ। ਜ਼ਰਾ ਤੁਸੀਂ ਇਸ ਦ੍ਰਿਸ਼ਟੀਕੋਣ ਤੋਂ ਇਤਿਹਾਸ ਨੂੰ ਪੜ੍ਹ ਕੇ ਵੇਖਿਓ, ਤੁਹਾਨੂੰ ਗਲਤੀਆਂ ਦਾ ਪਤਾ ਵੀ ਲੱਗ ਜਾਏਗਾ ਤੇ ਤੁਹਾਨੂੰ ਧਨ ਕਮਾਈਆਂ ਕਰਨ ਵਾਲਿਆਂ ਦੇ ਜੀਵਨ ਦਾ ਪਤਾ ਵੀ ਲੱਗ ਜਾਏਗਾ। ਇਹਨੂੰ ਐਵੇਂ ਤੋਲ ਕੇ ਵੇਖਿਓ ਵੀ ਜਿਸ ਵੇਲੇ ਸੁੱਖ ਸੀ ਉਸ ਵੇਲੇ ਕਿਵੇਂ ਦਾ ਵਿਹਾਰ ਰਿਹਾ ਕਿਸੇ ਕੌਮ ਦਾ, ਜਦੋਂ ਦੁੱਖ ਹੈ ਤੇ ਉਦੋਂ ਕਿਸੇ ਕੌਮ ਨੇ ਕਿਵੇਂ ਰਿਐਕਟ ਕੀਤਾ ਹੈ, ਜਦੋਂ ਸਹੂਲਤਾਂ ਨਹੀਂ ਸਨ ਉਦੋਂ ਉਹ ਕੌਮ ਕਿਵੇਂ ਸਰਵਾਈਵ ਕਰਦੀ ਰਹੀ ਹੈ, ਤੇ ਜਦੋਂ ਸਹੂਲਤਾਂ ਆਈਆਂ ਤੇ ਉਹਦਾ ਬੇੜਾ ਕਿਵੇਂ ਬੈਠਿਆ, ਇਹ ਵੀ ਤਾਰੀਖ ਤੁਹਾਨੂੰ ਕੂਕ ਕੇ ਦੱਸੇਗੀ। ਕਿਉਂਕਿ ਮੌਸਮ ਸਿੱਖ ਕੌਮ ਦੇ ਇਤਿਹਾਸ ਵਿੱਚ ਸਾਰੇ ਹੀ ਵਾਪਰੇ ਨੇ। ਦੁੱਖ ਵੀ ਆਇਆ, ਸੁੱਖ ਵੀ ਆਇਆ, ਭੁੱਖ ਵੀ ਕੱਟੀ ਤੇ ਰਜੇਵਾਂ ਵੀ ਵੇਖਿਆ। ਤੇ ਜਿੱਥੇ ਜਿੱਥੇ ਅਸੀਂ ਸਤਿਗੁਰੂ ਮਹਾਰਾਜ ਦੀ ਓਟ ਤੇ ਆਧਾਰ, ਸਤਿਗੁਰੂ ਦੇ ਉਪਦੇਸ਼ ਦਾ ਤੇ ਸਤਿਗੁਰੂ ਦੀ ਰਹਿਨੁਮਾਈ ਦਾ ਪੱਲਾ ਘੁੱਟ ਕੇ ਫੜੀ ਰੱਖਿਆ, ਅਸੀਂ ਮੁਸੀਬਤਾਂ ਤੇ ਭੁੱਖ ਵਿੱਚੋਂ ਵੀ ਚੜ੍ਹਦੀ ਕਲਾ ਨਾਲ ਅਗੇਰੇ ਸਫ਼ਰ ਕਰਦੇ ਗਏ। ਦੁਨੀਆ ਦੀਆਂ ਤਮਾਮ ਵਡਿਆਈਆਂ ਨੇ ਸਾਡੇ ਕਦਮਾਂ ਵਿੱਚ ਆ ਕੇ ਸਿਜਦੇ ਕਰ ਲਏ, ਵਡਿਆਈਆਂ ਤੇ ਪ੍ਰਭਤਾ ਸਾਡੇ ਦਰਵਾਜ਼ਿਆਂ ਤੇ ਆ ਕੇ ਖਲੋ ਗਈਆਂ। ਪਰ ਉਹ ਵੀ ਵਕਤ ਆਇਆ ਜਿਸ ਵੇਲੇ ਅਸੀਂ ਸਤਿਗੁਰੂ ਦੀ ਮੱਤ ਦਾ ਪੱਲਾ ਛੱਡ ਕੇ ਗੁਰੂ ਅਦਬ ਤੇ ਸਤਿਗੁਰੂ ਦੀ ਸਪੇਟ ਨਾਲੋਂ ਟੁੱਟ ਗਏ। ਵਡਿਆਈਆਂ ਨੇ ਸਾਡੇ ਤੋਂ ਇਹੋ ਜਿਹੇ ਮੂੰਹ ਮੋੜੇ ਵੀ ਅੱਜ ਤੱਕ ਵਾਜਾਂ ਮਾਰਨ ਦੇ ਬਾਵਜੂਦ ਵੀ ਉਹਨਾਂ ਸਾਡੇ ਵੱਲ ਅੱਖ ਭੌਂ ਕੇ ਵੇਖਿਆ ਨਹੀਂ। ਇਹਦੇ ਕਸੂਰਵਾਰ ਜਿੰਨੇ ਤੁਹਾਡੇ ਵਿਰੁੱਧ ਸਾਜ਼ਿਸ਼ ਕਰਨ ਵਾਲੇ ਨੇ, ਉਨੇ ਕਸੂਰਵਾਰ ਅਸੀਂ ਖੁਦ ਵੀ ਇਤਿਹਾਸ ਦਾ ਇਹ ਸਫ਼ਰ ਤੈਅ ਕਰਦਿਆਂ ਹੋਇਆਂ ਕਿਤੇ ਨਾ ਕਿਤੇ ਭੁੱਲਾਂ ਤੇ ਗਲਤੀਆਂ ਦੇ ਸ਼ਿਕਾਰ ਹੋਏ। ਤੋ ਇਤਿਹਾਸ ਜਿਹੜਾ ਹੈ ਉਹ ਤਾਂ ਮੁਆਫ ਨਹੀਂ ਕਰਦਾ ਕਿਸੇ ਨੂੰ, ਉਹ ਤਾਂ ਤੁਹਾਨੂੰ ਕੂਕ ਕੇ ਸੱਚ ਕਹਿੰਦਾ ਹੈ। ਕੋਈ ਸੁਣਨਾ ਚਾਹੇ ਤੇ ਸੇਧ ਲੈ ਲਏਗਾ, ਨਾ ਸੁਣਨਾ ਚਾਹੇ ਬੰਦਾ ਜੇ ਕੋਈ ਰੱਟ ਲਾਈ ਛੱਡੇ ਵੀ ਮੇਰੇ ਤੋਂ ਵੱਧ ਸਿਆਣਾ ਤੇ ਅਕਲਮੰਦ ਤੇ ਗੁਣਾਂ ਭਰਿਆ ਦੁਨੀਆ 'ਚ ਕੋਈ ਨਹੀਂ, ਤੇ ਉਹ ਸਿੱਖ ਕੁਝ ਨਹੀਂ ਸਕਦਾ। ਉਹਦਾ ਅਗਲਾ ਪੈਂਡਾ ਨਿਸ਼ਚੈ ਹੀ ਉਹਨੂੰ ਧੋਖਾ ਦੇ ਜਾਏਗਾ। ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਗੱਲ ਕਰਨ ਲੱਗਿਆਂ, ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੈਂ ਜਿਸ ਵੇਲੇ ਇਤਿਹਾਸ ਨੂੰ ਪੜ੍ਹਦਾ ਤੇ ਮੈਂ ਵੇਖਦਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਦੋ ਵੱਡੇ ਮਸਲੇ ਉੱਭਰ ਕੇ ਸਾਹਮਣੇ ਆਏ। ਪਹਿਲਾ ਮਸਲਾ ਇਹ ਸੀ ਵੀ ਇਹ ਸਿੱਖ ਤਾਰੀਖ ਦੀ ਪਹਿਲੀ ਸ਼ਹੀਦੀ ਸੀ, ਤੇ ਸ਼ਹੀਦੀ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੀ, ਕਿਸੇ ਸਿੱਖ ਦੀ ਨਹੀਂ ਸੀ, ਗੁਰੂ ਦੀ ਆਪਣੀ ਸ਼ਹੀਦੀ। ਇਸ ਸ਼ਹੀਦੀ ਨੇ ਦੋ ਇਫੈਕਟ ਪਾਉਣੇ ਸਨ ਸਿੱਖਾਂ ਦੇ ਉੱਤੇ ਕੌਮੀ ਤੌਰ ਤੇ। ਪਹਿਲਾ ਇਫੈਕਟ ਇਹ ਪੈਣਾ ਸੀ
ਜਾਂ ਤਾਂ ਸਿੱਖ ਬੇਦਿਲ ਹੋ ਕੇ ਢਹਿੰਦੀ ਕਲਾ ਦੀ ਉਸ ਖਾਈ 'ਚ ਜਾ ਪੈਂਦੇ ਜਿੱਥੋਂ ਇਹਨਾਂ ਨੂੰ ਕੱਢਣ 'ਤੇ ਸਦੀਆਂ ਲੱਗ ਜਾਂਦੀਆਂ। ਤੇ ਦੂਜਾ ਇਹਦਾ ਪ੍ਰਭਾਵ ਇਹ ਪੈਣਾ ਸੀ ਵੀ ਸਿੱਖ ਇੰਨਾ ਅਗਰੈਸਿਵ ਹੋ ਜਾਂਦਾ, ਗੁੱਸੇਖੋਰਾ ਹੋ ਜਾਂਦਾ ਇਸ ਘਟਨਾ ਤੋਂ ਬਾਅਦ ਵੀ ਉਹ ਸਰਕਾਰ ਨਾਲ ਸਿੱਧੀ ਜੰਗ ਛੇੜਦਾ ਤੇ ਪੱਥਰ ਨਾਲ ਟਕਰਾ ਕੇ ਚੂਰ ਚੂਰ ਹੋ ਜਾਂਦਾ। ਮਹਾਰਾਜ ਨੇ ਵੇਖਿਆ ਇਹਨਾਂ ਚੀਜ਼ਾਂ 'ਚ ਤਵਾਜ਼ਨ ਤੇ ਬੈਲੈਂਸ ਬਣਾਉਣਾ ਬੜਾ ਔਖਾ ਸੀ ਵੀ ਨਾ ਤਾਂ ਇਹਨਾਂ ਨੂੰ ਢਹਿੰਦੀ ਕਲਾ ਵਿੱਚ ਗਰਕਣ ਦੇਣਾ ਜਿਹਨੂੰ ਸਦੀਆਂ ਲੱਗਣੀਆਂ ਨੇ ਉੱਥੋਂ ਕੱਢਣ ਵਾਸਤੇ, ਤੇ ਨਾ ਇਹਨਾਂ ਨੂੰ ਕ੍ਰੋਧ ਵਿੱਚ ਮੈਂ ਸਮੇਂ ਦੀ ਜ਼ਾਲਮ ਸਰਕਾਰ ਦੇ ਪੰਜੇ ਦੀ ਗ੍ਰਿਫਤ ਵਿੱਚ ਆਉਣ ਦੇਣਾ ਕਿ ਇਹ ਟਕਰਾਉਣ ਤੇ ਆਪਣਾ ਇੰਨਾ ਨੁਕਸਾਨ ਕਰਾ ਲੈਣ ਕੁਝ ਸਾਲਾਂ ਦੇ ਵਿੱਚ ਜਿਹੜਾ ਸਦੀਆਂ ਪੂਰਾ ਨਾ ਕੀਤਾ ਜਾ ਸਕੇ। ਵੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਯਤਨ ਕਿੱਡੇ ਵੱਡੇ ਸਨ। ਅੱਜ ਦੁਨੀਆ ਲੱਖ ਦਲੀਲਾਂ ਦਿੰਦੀ ਰਹੇ, ਮਹਾਰਾਜ ਇੱਥੇ ਕਿਉਂ ਨਹੀਂ ਰੁਕੇ, ਉੱਥੇ ਕਿਉਂ ਚਲੇ ਗਏ। ਸਤਿਗੁਰੂ ਦੇ ਆਦਰਸ਼ ਤੇ ਵੇਖੋ ਕਿੱਡੇ ਉੱਚੇ ਨੇ। ਸਤਿਗੁਰੂ ਮਹਾਰਾਜ ਦਾ ਇੱਕ ਇੱਕ ਚੁੱਕਿਆ ਹੋਇਆ ਕਦਮ ਜਿਹੜਾ ਹੈ ਆਉਣ ਵਾਲੀਆਂ ਨਸਲਾਂ ਨੂੰ ਕਿਸ ਰਾਹ ਤੇ ਪਾ ਗਿਆ, ਇਹ ਸਮਝਣ ਵਾਲੀ ਗੱਲ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਵਾਨੀਆਂ ਭਰਤੀ ਕਰਨੀਆਂ ਸ਼ੁਰੂ ਕੀਤੀਆਂ, ਸ਼ਸਤਰ ਵਿੱਦਿਆ, ਹਥਿਆਰ ਤੇ ਘੋੜੇ ਮੰਗੇ। ਸਤਿਗੁਰੂ ਮਹਾਰਾਜ ਨੇ ਅਕਾਲ ਬੂੰਗਾ ਜਿਹੜਾ ਹੈ ਉਸ ਨੂੰ ਪ੍ਰਗਟ ਕੀਤਾ, ਨਗਾਰਾ ਵਜਾਇਆ, ਨਿਸ਼ਾਨ ਚੁਲਾਏ, ਸ਼ਿਕਾਰ ਖੇਡੇ। ਕੌਮ ਦੀ ਬੇਦਿਲੀ ਨੂੰ ਤੇ ਉਹਨਾਂ ਦੇ ਅੰਦਰ ਪਸਰਨ ਵਾਲੀ ਢਹਿੰਦੀ ਕਲਾ ਦਾ ਮੁਕਾਬਲਾ ਸਤਿਗੁਰੂ ਨੇ ਇਸ ਢਾਲ ਨਾਲ ਕੀਤਾ। ਅਗਲਾ ਸਟੈਪ ਇਹ ਸੀ ਵੀ ਇਹ ਸਿੱਖ ਸਿੱਧੇ ਸਰਕਾਰ ਨਾਲ ਭਿੜ ਕੇ ਆਪਣੀ ਤਾਕਤ ਨੂੰ ਖਤਮ ਨਾ ਕਰ ਲੈਣ। ਕਮਾਲ ਹੈ ਨਾ, 4 ਵੱਡੀਆਂ ਤੇ ਇੱਕ ਛੋਟੀ ਝੜਪ, ਕੁੱਲ ਮਿਲਾ ਕੇ 5 ਜੰਗਾਂ ਛੇਵੇਂ ਪਾਤਸ਼ਾਹ ਨੇ ਸਮੇਂ ਦੀ ਹਕੂਮਤ ਨਾਲ ਵੱਖ-ਵੱਖ ਥਾਂ ਤੇ ਲੜੀਆਂ, ਉਹ ਵੀ ਉੱਥੇ ਲੜੀਆਂ ਜਿੱਥੇ ਹਕੂਮਤ ਖੁਦ ਚੱਲ ਕੇ ਆਈ, ਆਪ ਕਿਸੇ ਤੇ ਹਮਲਾਵਰ ਨਹੀਂ ਹੋਏ। ਤੇ 5 ਝੜਪਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਫੌਜ ਨੂੰ ਜੇਤੂ ਕਰਾਰ ਦੇ ਲਿਆ। 5 ਝੜਪਾਂ 'ਚ ਸਿੱਖਾਂ ਦਾ ਪਾਸਾ ਭਾਰੀ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕ੍ਰੋਧ ਨੂੰ ਇੱਕ ਜਿਹੜੀ ਸਿਆਣੀ ਸਵਾਣੀ ਹੈ ਨਾ, ਉਹ ਜਦੋਂ ਚੁੱਲ੍ਹੇ 'ਚ ਅੱਗ ਬਾਲਦੀ ਹੈ ਤੇ ਅੱਗ ਨੂੰ ਵੀ ਸਾਂਭ ਕੇ ਬਾਲਦੀ ਹੈ। ਕੋਈ ਮੂਰਖ ਹੋਵੇ ਤੇ ਸਾਰਾ ਬਾਲਣ ਵੀ ਲੂਹ ਲੈਂਦਾ, ਰੋਟੀਆਂ ਵੀ ਸਾੜ ਲੈਂਦਾ ਤੇ ਘਰ ਵੀ ਸਾੜ ਕੇ ਸੁਆਹ ਕਰ ਲੈਂਦਾ। ਜਿਹੜੀ ਤਾਕਤ ਹੈ ਨਾ, ਸੱਤਾ ਹੈ, ਇਹ ਆਉਣੀ ਬੜੀ ਲਾਜ਼ਮੀ ਹੈ, ਪਰ ਸਾਂਭਣ ਵਾਸਤੇ ਉਦੋਂ ਵੀ ਕਿਤੇ ਬਰੀਕ ਬੁੱਧੀ ਇਹਨੂੰ ਚਾਹੀਦੀ ਹੈ। ਜਿਵੇਂ ਇੱਕ ਦੁਨੀਆ ਦਾ ਕਥਨ ਸੱਚ ਹੈ ਵੀ ਦੌਲਤ ਹਰ ਬੰਦਾ ਚਾਹੁੰਦਾ ਹੈ ਤੇ ਸ਼ੌਹਰਤ ਵੀ ਹਰ ਬੰਦਾ ਸੰਸਾਰ ਦਾ ਚਾਹੁੰਦਾ ਹੈ, ਪਰ ਦੌਲਤ ਪਹੁੰਚਾਉਣੀ ਤੇ ਸ਼ੌਹਰਤ ਵਿੱਚ ਸਮਾ ਜਾਣਾ ਇਹ ਕਿਸੇ ਵਿਰਲੇ ਬੰਦੇ ਦੇ ਹਿੱਸੇ ਆਉਂਦਾ। ਨਹੀਂ ਤਾਂ ਬੰਦੇ ਨੂੰ ਸ਼ੌਹਰਤ ਨਾ ਹੋਵੇ ਤੇ ਮੰਗਦਾ ਰਹਿੰਦਾ, ਮਿਲ ਜਾਏ ਤੇ ਮੋਢੇ ਮਾਰਨੋਂ ਨਹੀਂ ਹਟਦਾ। ਪੈਸਾ ਆਵੇ ਨਾ ਤੇ ਰੋਂਦਾ ਰਹਿੰਦਾ, ਭੀਖ ਮੰਗਣ ਤੱਕ ਚਲਿਆ ਜਾਂਦਾ। ਜੇ ਆ ਜਾਏ ਤੇ ਫਿਰ ਬੰਦੇ ਦਾ ਤੁਸੀਂ ਵਿਹਾਰ ਵੇਖੋ, ਇਵੇਂ ਲੱਗਦਾ ਫਿਰ ਉਹ ਜਿਵੇਂ ਕਿਹਾ ਜਾਂਦਾ ਨਾ ਵੀ ਭੁੱਖੇ ਨੂੰ ਪਾਣੀ ਦਾ, ਪਿਆਸੇ ਨੂੰ ਪਾਣੀ ਦਾ ਕਟੋਰਾ ਲੱਭ ਗਿਆ ਤੇ ਪੀ ਪੀ ਵੀ ਆਫਰਨ ਵਾਲਾ ਹੋ ਗਿਆ। ਫਿਰ ਉਹ ਕਹਿੰਦਾ ਕਿਹੜਾ ਰੱਬ, ਕਿਹੜਾ ਗੁਰੂ। ਅਰਦਾਸਾਂ ਕਰਨ ਵਾਲੀਆਂ ਤੇ ਜ਼ਬਾਨਾਂ ਤੇ ਜੁੜਨ ਵਾਲੇ ਹੱਥ ਜਿਹੜੇ ਨੇ, ਹੱਥ ਚੁੱਕਣ ਵਾਲੇ ਪਾਸੇ ਤੁਰ ਪੈਂਦੇ ਨੇ। ਬੰਦੇ ਦੇ ਵਿਹਾਰ 'ਚ ਇੰਨੀ ਵੱਡੀ ਤਬਦੀਲੀ ਵਾਪਰ ਜਾਂਦੀ, ਸਮਝੋ ਇਹਨੂੰ ਸੁੱਖ ਪਹੁੰਚਾਉਣਾ ਨਹੀਂ ਆਇਆ, ਇਹਨੂੰ ਵਡਿਆਈ ਤਾਂ ਮਿਲ ਗਈ, ਵਡਿਆਈ ਹੰਡਾਉਣੀ ਨਹੀਂ ਆਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਨੂੰ ਕਿਹਾ ਨਾ, ਦੁੱਖ ਤੇ ਸੁੱਖ ਤੋਂ ਨਿਰਲੇਪ ਰਹਿਣਾ, ਉਸਤਤ ਤੇ ਨਿੰਦਾ ਤੋਂ ਅਭਿੱਜ ਰਹਿਣਾ। ਤਾਣ ਹੁੰਦੇ ਹੋਏ ਨਿਤਾਣਾ ਤੇ ਮਾਣ ਹੁੰਦੇ ਹੋਏ ਵੀ ਨਿਮਾਣਿਆਂ ਵਾਂਗ ਰਿਐਕਟ ਕਰਨਾ। ਜਦੋਂ ਤੁਸੀਂ ਸੋਹਣੀ ਸੇਜ ਉੱਤੇ ਹੋ ਤੇ ਉਹਨੂੰ ਕੰਡਿਆਂ ਵੱਧ ਸਮਝੋ, ਤੇ ਕੰਡਿਆਂ ਦੀ ਸੇਜ ਉੱਤੇ ਹੋ ਤੇ ਉਹਨੂੰ ਚੰਗੇ ਬਿਸਤਰੇ ਵਾਂਗ ਰਿਐਕਟ ਕਰੋ। ਇਹ ਜੀਵਨ ਦਾ ਤੱਤ ਤੇ ਮੂਲ ਹੈ। ਧਰਮ ਇਸ ਪਾਸੇ ਮਨੁੱਖ ਨੂੰ ਲੈ ਕੇ ਜਾਂਦਾ। ਸਤਿਗੁਰੂ ਦਾ ਕਿੱਡਾ ਉੱਚਾ ਆਦਰਸ਼ ਹੈ, ਕਦੇ ਬਾਣੀ ਦੇ ਇਹਨਾਂ ਸ਼ਬਦਾਂ ਵਿੱਚੋਂ ਜਾਣਨ ਦਾ ਯਤਨ ਕਰੀਏ। ਤੇ ਮੈਂ ਕਈ ਵਾਰ ਸੋਚਦਾ ਅਸੀਂ ਇਹ ਜ਼ਿਕਰ ਕਰਨਾ ਭੁੱਲ ਜਾਂਦੇ ਹਾਂ ਵੀ 6ਵੇਂ ਪਾਤਸ਼ਾਹ ਨੇ ਇੱਕ ਹੁਕਮ ਕੀਤਾ ਵੀ ਸਿੱਖ ਆਪਣੀਆਂ ਜਵਾਨੀਆਂ ਭੇਟ ਕਰਨ, ਹਥਿਆਰ ਤੇ ਘੋੜੇ ਲੈ ਕੇ ਆਉਣ, ਤੇ ਇੱਕ ਫੌਜ ਖੜੀ ਹੋ ਗਈ। ਕੁਝ ਸਮੇਂ ਦੇ ਵਿੱਚ ਵੇਖਦਿਆਂ ਵੇਖਦਿਆਂ ਇੱਕ ਫੌਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤਾਬਿਆ ਖਲੋਤੀ, ਹਜ਼ੂਰੀ 'ਚ ਆ ਖਲੋਤੀ। ਇਹ ਫੌਜ ਕੋਈ ਅਰਸ਼ਾਂ ਤੋਂ ਨਹੀਂ ਸੀ ਡਿੱਗ ਪਈ। ਇਹ ਕਿਹਨਾਂ ਦੇ ਬੱਚੇ ਸਨ? ਹਲ ਵਾਹੁਣ ਵਾਲਿਆਂ ਦੇ ਬੱਚੇ, ਦੁਕਾਨਾਂ ਕਰਨ ਵਾਲਿਆਂ ਦੇ, ਮਜ਼ਦੂਰਾਂ ਦੇ ਪੁੱਤ, ਜਿਨ੍ਹਾਂ ਨੇ ਕਿਰਤਾਂ ਕੀਤੀਆਂ ਸਨ ਤੇ ਸਮੇਂ ਦੇ ਪੀੜ੍ਹੀ ਦਰ ਪੀੜ੍ਹੀ ਦਮਨ ਤੇ ਜ਼ੁਲਮ ਵੇਖੇ ਸਨ।
ਜਿਨ੍ਹਾਂ ਦੀ ਸ਼ੁਰੂਆਤ ਗੁਰੂ ਨਾਨਕ ਮਹਾਰਾਜ ਦੀ ਰਬਾਬ ਦੀ ਟਣਕਾਰ ਤੋਂ ਹੋਈ ਸੀ, ਉਹ ਪਹਿਲਾਂ ਸਤ ਸੰਗੀ ਬਣ ਗਏ ਸਨ ਅਤੇ ਸਤ ਸੰਗਤ ਦੀ ਕੁਠਾਲੀ 'ਚੋਂ ਨਿਕਲਦੇ ਨਿਕਲਦੇ ਉਹ ਛੇਵੇਂ ਪਾਤਸ਼ਾਹ ਦੇ ਦਰਮਿਆਨ ਹਥਿਆਰ ਸਜਾ ਕੇ ਖੜ ਗਏ ਸਨ। ਇੰਨਾ ਵਕਤ ਲੱਗਾ ਸੀ, 5 ਪੀੜ੍ਹੀਆਂ ਲੱਗ ਗਈਆਂ ਸਨ ਇਸ ਚੀਜ਼ ਉੱਤੇ। ਇਹ ਉਹ ਲੋਕ ਸਨ ਜਿਹੜੇ ਗੁਰੂ ਅੰਗਦ ਸਾਹਿਬ ਦੇ ਮੱਲ ਅਖਾੜਿਆਂ 'ਚੋਂ ਨਿਕਲ ਕੇ ਆਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੇ ਘੋੜ ਅਤੇ ਦੰਗਲ ਦੂਸਰੀ ਪਾਤਸ਼ਾਹੀ ਮਹਾਰਾਜ ਨੇ ਆਪਣੇ ਮੁਬਾਰਕ ਨੇਤਰਾਂ ਨਾਲ ਤੱਕੇ ਅਤੇ ਉਹਨਾਂ ਨੂੰ ਇਨਾਮ ਬਖਸ਼ੇ ਸਨ। ਭਲਾ ਬਿਨਾਂ ਮੱਲ ਅਖਾੜਿਆਂ ਦੀ ਦੇਖ ਵੇਖਣ ਤੋਂ ਕੋਈ ਫੌਜੀ ਬਣਦਾ? ਇਹ ਥੋੜ੍ਹਾ ਵੀ ਕੋਈ ਤੱਕੜੀ ਤੋਲਦਾ ਆਖੇ ਵੀ ਮੈਂ ਹਥਿਆਰ ਫੜ ਕੇ ਤੇ ਲੜਨਾ ਹੈ, ਅਤੇ ਮਹਾਰਾਜ ਐਸੀ ਫੌਜ ਲੈ ਕੇ ਤੇ ਉਸ ਸਮੇਂ ਦੀ ਭਾਰਤ ਦੀ ਸਭ ਤੋਂ ਵੱਡੀ ਸੱਤਾ ਨਾਲ ਭਿੜ ਗਏ ਹੁਣ। ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਉਹ ਵਿਚਲਾ ਪਾਠ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਭੁਲਾ ਦਿੰਦੇ ਵੀ ਮੱਲ ਅਖਾੜੇ ਉਹਨਾਂ ਦੀ ਪ੍ਰੋਡਕਸ਼ਨ ਸੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਫੌਜ। ਖੈਰ, ਹਜ਼ੂਰ ਦੇ ਸਾਹਮਣੇ ਫੌਜ ਖੜੀ, ਹਜ਼ੂਰ ਨੇ ਉਹਨਾਂ ਦੇ ਉੱਤੇ 7 ਪਾਬੰਦੀਆਂ ਆਇਦ ਕੀਤੀਆਂ, ਚੇਤੇ ਰੱਖਿਓ। ਆਖਿਆ ਤੁਹਾਡੀ ਤਲਵਾਰ ਬੱਚੇ ਉੱਤੇ, ਬਜ਼ੁਰਗ ਉੱਤੇ, ਔਰਤ ਉੱਤੇ, ਬਿਮਾਰ ਉੱਤੇ, ਜ਼ਖਮੀ ਹੋਏ ਦੇ ਉੱਤੇ ਅਤੇ ਸ਼ਰਨ ਆਏ ਦੇ ਉੱਤੇ ਨਹੀਂ ਉੱਠਣੀ ਚਾਹੀਦੀ। ਇਹ ਆਪਣੇ ਆਪ ਵਿੱਚ ਬੜਾ ਅਹਿਮ ਫੈਸਲਾ ਸੀ ਵੀ ਸਤਿਗੁਰੂ ਨੇ ਤਲਵਾਰ ਵੀ ਦਿੱਤੀ ਹੈ ਅਤੇ ਤਲਵਾਰ ਦੇ ਕੇ ਆਖਿਆ ਵੀ ਮੈਂ ਇਹਦੇ 'ਤੇ ਪਾਬੰਦੀ ਲਾਉਣਾ ਵੀ ਇਹ ਤਲਵਾਰ ਜਿਹੜੀ ਬੇਮੁਹਾਰੀ ਨਹੀਂ ਹੋਣੀ ਚਾਹੀਦੀ। ਕਿਸੇ ਕਿਹਾ ਹੋਏਗਾ ਜ਼ਰੂਰ, ਮਹਾਰਾਜ ਯੋਧਿਆਂ ਨੂੰ ਪਾਬੰਦੀਆਂ 'ਚ ਰੱਖਣਾ ਬੜਾ ਔਖਾ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਤਲਵਾਰਾਂ ਦੇਈ ਉਹਨਾਂ ਨੂੰ ਚਲਾਉਣ ਦੇ ਹੱਕ ਵੀ ਦੇਈਦੇ ਨੇ। ਹਜ਼ੂਰ ਨੇ ਆਖਿਆ ਨਹੀਂ, ਸਿੱਖ ਨੂੰ ਦਿੱਤੀ ਹੋਈ ਤਲਵਾਰ ਜਿਹੜੀ ਹੈ ਨਾ ਉਹ ਘਾਤ ਕਰਨ ਵਾਸਤੇ ਨਹੀਂ, ਬਚਾਅ ਕਰਨ ਵਾਸਤੇ। ਇਹਦੀ ਤਲਵਾਰ ਵੀ ਇਹਦੀ ਢਾਲ ਵਾਂਗ ਕੰਮ ਕਰੇਗੀ। ਔਰ ਇਸ ਅਸੂਲ ਦਾ ਪਾਲਣ ਜਿਹੜਾ ਉਹ ਸਦਾ ਹੀ ਹੁੰਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਆਪਣੀਆਂ ਬਾਹਾਂ ਦੇ ਬਲ ਉੱਤੇ ਗੁਰੂਰ ਨਹੀਂ ਕਰਨਾ ਅਤੇ ਆਪਣੇ ਹਥਿਆਰ ਦੇ ਉੱਤੇ ਗੁਰੂਰ ਨਹੀਂ ਕਰਨਾ। ਮਾਣ ਕਰਨਾ ਹੈ ਅਕਾਲ ਪਰਮੇਸ਼ਰ ਦੀ ਸੱਤਾ ਦੇ ਉੱਤੇ ਅਤੇ ਪੱਖ ਲੈਣਾ ਹੈ ਮਜ਼ਲੂਮ ਅਤੇ ਗਰੀਬ ਦਾ। 10ਵੇਂ ਪਾਤਸ਼ਾਹ ਦਾ ਜੀਵਨ ਪੜ੍ਹ ਰਹੇ ਹਾਂ। 1700 ਈਸਵੀ 1757 ਬਿਕਰਮੀ ਚੇਤ ਸੁਦੀ ਇੱਕ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਵੱਡਾ ਦਰਬਾਰ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਸਤਿਗੁਰੂ ਨੇ ਸੁਨੇਹੇ ਭੇਜੇ ਸਨ। ਹੋਲੀਆਂ ਤੋਂ ਪਹਿਲਾਂ ਸੁਨੇਹੇ ਭੇਜ ਦਿੱਤੇ ਸਨ। ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਉਂਦੀਆਂ ਨੇ ਅਤੇ ਇਹ ਬਸੰਤ ਰੁੱਤ ਦਾ ਅਖੀਰਲਾ ਪੜਾਅ ਹੁੰਦਾ, ਅਖੀਰਲਾ ਹਫ਼ਤਾ ਗੁਜ਼ਰਦਾ। ਇਸੇ ਕਰਕੇ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਇਸ ਨੂੰ ਫਾਗ ਕਿਹਾ ਜਾਂਦਾ। ਮਹਾਰਾਜ ਨੇ ਇਹਦਾ ਜ਼ਿਕਰ ਬਾਣੀ 'ਚ ਕੀਤਾ, ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਇਸ ਦਾ ਭਾਵ ਹੈ ਸਤਿਗੁਰੂ ਪ੍ਰਤੀਕ ਵਰਤੇ ਮੇਰੇ ਹਿਰਦੇ ਦੇ ਵਿੱਚ ਹੋਲੀਆਂ ਦੇ ਤਿਉਹਾਰ ਵਰਗਾ ਉਤਸ਼ਾਹ ਪੈਦਾ ਹੋ ਗਿਆ ਅਤੇ ਮੈਂ ਰੰਗ ਕਿਹੜਾ ਖੇਡਦਾ। ਸਤਿਗੁਰੂ ਨੇ ਇਹਦਾ ਵੀ ਜ਼ਿਕਰ ਕੀਤਾ। ਕੱਚੇ ਰੰਗ ਦਾ ਜ਼ਿਕਰ ਨਹੀਂ ਕੀਤਾ ਵੀ ਐਵੇਂ ਮੂੰਹ ਸਿਰ ਭਰ ਲਓ ਅਤੇ ਬੇਪਛਾਣ ਹੋ ਕੇ ਭੀੜ ਦੇ ਵਿੱਚ ਗਵਾਚੇ ਫਿਰੋ। ਇਸ ਰੰਗ ਦਾ ਜ਼ਿਕਰ ਨਹੀਂ ਕੀਤਾ। ਹੋਲੀ ਕੀਨੀ ਸੰਤ ਸੇਵ ਲਿਖਿਆ ਅਤੇ ਰੰਗ ਕਿਹੜਾ? ਰੰਗ ਲਾਗਾ ਅਤ ਲਾਲ ਦੇਵ। ਸਤ ਸੰਗਤ ਹੋਲੀ ਦੀ ਥਾਂ ਹੈ ਅਤੇ ਪਰਮੇਸ਼ਰ ਦੇ ਪਿਆਰ ਦਾ ਰੰਗ ਹੈ। ਸਾਹਿਬ ਸਤਿਗੁਰੂ ਮਹਾਰਾਜ ਨੇ ਹਰ ਚੀਜ਼ ਦਾ ਅਰਥ ਆਪਣੀ ਬਾਣੀ ਦੇ ਅੰਦਰ ਸਾਨੂੰ ਕਲੀਅਰ ਕਰਕੇ ਸਪਸ਼ਟ ਕਰਕੇ ਦੱਸਿਆ। ਸਾਹਿਬ ਸਤਿਗੁਰੂ ਮਹਾਰਾਜ ਨੇ ਸਿੱਖਾਂ ਦੇ 2 ਜਥੇ ਬਣਾਏ ਅਤੇ ਜਥੇ ਬਣਾ ਕੇ ਉਹਨਾਂ ਨੂੰ ਆਪਸ ਵਿੱਚ ਮੁਕਾਬਲਾ ਕਰਨ ਵਾਸਤੇ ਪ੍ਰੇਰਿਆ। ਇਹਨੂੰ ਮਸਨੂਈ ਲੜਾਈ ਕਿਹਾ ਜਾਂਦਾ ਹੈ, ਯਾਨੀ ਕਿ ਕੇਵਲ ਜੰਗੀ ਅਭਿਆਸ ਹੈ, ਸੱਚਮੁੱਚ ਦੀ ਲੜਾਈ ਨਹੀਂ ਹੈ। ਜੰਗੀ ਕਰਤੱਬਾਂ ਦੇ ਵਿੱਚ ਮਾਹਰ ਹੋਣ ਵਾਸਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖ ਜਵਾਨੀ ਨੂੰ ਤਿਆਰ ਕਰ ਲਿਆ। ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਹੈ, ਜਿੱਥੇ ਜਿਹੜਾ ਪਹਿਲੋਂ ਪਹੁੰਚ ਜਾਏ ਉਹਨੂੰ ਸਤਿਗੁਰੂ ਆਪਣੇ ਕਰ ਕਮਲਾਂ ਨਾਲ ਇਨਾਮ ਬਖਸ਼ਦੇ ਨੇ, ਅਸੀਸਾਂ ਦਿੰਦੇ ਨੇ। ਅਤੇ ਇਸ ਅਭਿਆਸ ਨੂੰ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਲਾਜ਼ਮੀ ਕੀਤਾ। ਇਹਦੇ 2 ਕਾਰਨ। ਇੱਕ ਤਾਂ ਕੌਮ ਦੇ ਕੋਲ ਆਪਣੀ ਸੱਤਾ ਹੋਣੀ, ਉਹਦਾ ਹਥਿਆਰਬੰਦ ਅਤੇ ਤਾਕਤਵਰ ਹੋਣਾ ਬੜਾ ਜ਼ਰੂਰੀ ਹੈ। ਜਿਹੜੀ ਕੌਮ ਆਪਣੀ ਤਾਕਤ ਤੋਂ ਮੂੰਹ ਮੋੜ ਲਏ ਅਤੇ ਕਮਜ਼ੋਰੀ ਦਾ ਸ਼ਿਕਾਰ ਹੋ ਜਾਏ ਕਿਸੇ ਵੀ ਪੱਧਰ 'ਤੇ, ਬੌਧਿਕ ਤੌਰ 'ਤੇ ਕਮਜ਼ੋਰੀ ਆਉਣਾ ਵੀ ਗੁਲਾਮੀ ਦੀ ਨਿਸ਼ਾਨੀ ਹੈ ਅਤੇ ਫਿਜ਼ੀਕਲੀ ਕਮਜ਼ੋਰ ਹੋਣਾ ਵੀ ਬਹੁਤ ਵੱਡੀ ਮੁਸੀਬਤ ਨੂੰ ਸੱਦਾ ਹੈ ਭਵਿੱਖ ਦੇ ਵਿੱਚ।
ਅੱਜ ਮੁਆਫ ਕਰਨਾ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਬੈਲੈਂਸ ਹੀ ਨਹੀਂ ਕ੍ਰੀਏਟ ਕਰ ਪਾ ਰਹੇ। ਕੋਈ ਬੰਦਾ ਕਿਸੇ ਚੀਜ਼ ਦੀ ਰੱਟ ਲਾ ਰਿਹਾ, ਕੋਈ ਹਥਿਆਰ ਦੇ ਪੱਖ 'ਚ ਖੜਾ ਹੈ ਤੇ ਕੋਈ ਇਕੱਲਾ ਗੱਲਬਾਤ ਦੇ ਪੱਖ 'ਚ ਖੜਾ ਹੈ। ਹਰ ਚੀਜ਼ ਵਿੱਚ ਗੁਰੂ ਸਾਹਿਬ ਨੇ ਸਹਿਜ ਕਿਹਨੂੰ ਕਿਹਾ ਜਾਂਦਾ ਹੈ? ਬੈਲੈਂਸ, ਟਿਕਾਓ, ਠਹਿਰਾਓ ਕਿਸੇ ਚੀਜ਼ ਵਿੱਚ। ਜਿੱਥੇ ਕਲਮ ਕੰਮ ਕਰਦੀ ਉੱਥੇ ਕਲਮ ਹੀ ਕਰੇਗੀ। ਦੁਨੀਆ ਭਰ ਦੇ ਵਿੱਚ ਏਡੇ ਏਡੇ ਕਾਨੂੰਨ ਨੇ, ਏਡੇ ਏਡੇ ਫਿਲਾਸਫਰ ਨੇ, ਏਡੇ ਏਡੇ ਵਿਗਿਆਨੀ ਨੇ, ਏਡੇ ਏਡੇ ਗਿਆਨੀ ਨੇ ਸਟੇਟਾਂ ਦੇ ਕੋਲ, ਫਿਰ ਵੀ ਉਹ ਪਰਮਾਣੂ ਤਾਕਤ ਇਕੱਠੀ ਕਰਨ 'ਤੇ ਲੱਗੀਆਂ ਹੋਈਆਂ ਨੇ। ਫਿਰ ਉਹਨਾਂ ਹਥਿਆਰ ਸਮੁੰਦਰ 'ਚ ਨਹੀਂ ਸੁੱਟੇ ਅਤੇ ਫੌਜਾਂ ਤੋੜ ਨਹੀਂ ਦਿੱਤੀਆਂ। ਉਹਨਾਂ ਨੂੰ ਪਤਾ ਹੈ ਵੀ ਜਿੱਥੇ ਵਿਚਾਰ ਅਤੇ ਥੋਟ ਪ੍ਰੋਸੈਸ ਚੱਲਣਾ ਉੱਥੇ ਉਹੀ ਕੰਮ ਕਰੇਗਾ। ਜਿੱਥੇ ਕਲਮਾਂ ਅਤੇ ਗਿਆਨ ਕੰਮ ਕਰੇਗਾ ਉੱਥੇ ਉਹ ਚੀਜ਼ ਚੱਲੇਗੀ। ਅਤੇ ਜਿੱਥੇ ਸੱਤਾ ਅਤੇ ਤਾਕਤ ਦੀ ਗੱਲ ਹੈ, ਤਾਕਤਾਂ ਜਿਹੜੀਆਂ ਨੇ ਉਹ ਐਵੇਂ ਭੀਖ ਵਿੱਚ ਨਹੀਂ ਕਿਸੇ ਨੂੰ ਮਿਲਦੀਆਂ। ਉਹਨਾਂ ਲਈ ਵੀ ਤੁਹਾਨੂੰ ਆਪਣਾ ਪ੍ਰਪੇਅਰ ਅਤੇ ਤਿਆਰ ਰੱਖਣਾ ਪੈਂਦਾ। ਇਹ ਠੀਕ ਹੈ ਵੀ ਵਿਚਾਰ ਬੜੀ ਵੱਡੀ ਤਾਕਤ ਹੈ। ਸਤਿਗੁਰੂ ਮਹਾਰਾਜ ਨੇ ਤਾਂ ਸਾਨੂੰ ਇਹ ਬਚਨ ਪਹਿਲਾਂ ਹੀ ਸਿਖਾਏ ਅਤੇ ਸਮਝਾਏ ਅਤੇ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਕੇ ਵਿਖਾ ਦਿੱਤੇ ਸਨ। ਕਿ ਸਿੱਖ ਕਿਉਂ ਉਲਝੇ ਇਹਨਾਂ ਗੱਲਾਂ ਦੇ ਉੱਤੇ। ਹਾਂ, ਇਹ ਪੱਖ ਬੜਾ ਲਾਜ਼ਮੀ ਹੈ ਵੀ ਸਿੱਖ ਹਥਿਆਰ ਨੂੰ ਪਹਿਲ ਨਹੀਂ ਦਿੰਦਾ ਕਦੇ ਵੀ। ਇਹ ਚੀਜ਼ ਨੂੰ ਸਮਝਿਓ। ਉਹ ਹਰ ਹੀਲੇ ਵਰਤਦਾ ਹੈ ਅਖੀਰ ਤੱਕ, ਹੱਦ ਤੱਕ। ਅਤੇ ਮੈਂ ਪਹਿਲਾਂ ਹੀ ਬਿਨੈ ਕਰ ਦਿੱਤੀ ਹੈ ਵੀ ਉਹਦੀ ਤਲਵਾਰ ਜਿਹੜੀ ਹੈ ਢਾਲ ਦਾ ਕੰਮ ਕਰਦੀ ਹੈ, ਹਮਲਾਵਰ ਹੋ ਕੇ ਕਿਸੇ ਦਾ ਘਾਤ ਕਰਨ ਦਾ ਕੰਮ ਨਹੀਂ ਕਰਦੀ। ਜੇ ਐਸਾ ਕਰ ਰਿਹਾ ਤਾਂ ਉਹ ਗੁਰੂ ਤੋਂ ਬੇਮੁਖ ਹੈ, ਸਤਿਗੁਰੂ ਦੇ ਹੁਕਮ ਦੀ ਅਦੁੱਲੀ ਕਰਦਾ। ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਣ ਇੱਕ ਤਾਂ ਕਾਰਨ ਇਹ ਸੀ, ਅਤੇ ਦੂਜਾ ਕਾਰਨ ਭਾਰਤ ਵਿੱਚ ਇੱਕ ਤਿਉਹਾਰ ਚੱਲ ਰਿਹਾ ਸੀ ਸਦੀਆਂ ਤੋਂ। ਇਹਨੂੰ ਹੋਲਕਾ ਦਹਨ ਵੀ ਕਹਿੰਦੇ ਨੇ, ਹੋਲੀ ਨੂੰ। ਅਤੇ ਪੁਰਾਣਾ ਵਿੱਚ ਇਹਦੀ ਜੜ ਲੱਗੀ ਹੋਈ ਹੈ। ਕਿਸੇ ਵੀ ਰਸਮ ਅਤੇ ਰਿਵਾਜ਼ ਦੀ ਕੋਈ ਜੜ ਹੁੰਦੀ ਹੈ, ਕੋਈ ਵਿਸ਼ਵਾਸ, ਕੋਈ ਮਨੌਤ ਉਹਦੇ ਪਿੱਛੇ ਕੰਮ ਕਰਦਾ, ਅਤੇ ਉਹਦੀ ਜੜ ਕਿਤੇ ਨਾ ਕਿਤੇ ਕਿਸੇ ਲਿਖਤ ਵਿੱਚ ਲੱਗੀ ਹੋਈ ਹੈ, ਜਿਸ ਲਿਖਤ ਨੂੰ ਪ੍ਰਮਾਣਿਕ ਮੰਨਦਾ ਕਿਸੇ ਸਮਾਜ ਦਾ ਕੋਈ ਹਿੱਸਾ। ਅੱਜ ਸਾਡੀ ਸਭ ਤੋਂ ਵੱਡੀ ਕਨਫਿਊਜ਼ਨ ਤਾਂ ਇਹੀ ਹੈ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਣਦੇ ਸਨ ਸਦੀਆਂ ਤੋਂ ਇੱਕ ਤਿਉਹਾਰ ਭਾਰਤ ਵਿੱਚ ਚੱਲ ਰਿਹਾ ਹੋਲੀਆਂ। ਇਹਨੂੰ ਹੋਲਕਾ ਦਹਨ ਕਹਿੰਦੇ ਨੇ। ਇਹਦੀ ਜੜ ਕਿੱਥੇ ਆ? ਪੁਰਾਣਾਂ ਦੀ ਕਥਾ ਵਿੱਚ। ਕਈ ਸੱਜਣ ਐਸਾ ਜ਼ਿਕਰ ਕਰਦੇ ਨੇ ਵੀ ਜਿਨ੍ਹਾਂ ਗੱਲਾਂ ਨੂੰ ਗੁਰਮਤਿ ਪ੍ਰਵਾਨਗੀ ਨਹੀਂ ਦਿੰਦੀ, ਮਹਾਰਾਜ ਉਹਨਾਂ ਦੇ ਹਵਾਲੇ ਬਾਣੀ 'ਚ ਕਿਉਂ ਵਰਤਦੇ ਨੇ? ਕਿਉਂਕਿ ਸਤਿਗੁਰੂ ਜਾਣਦੇ ਨੇ। ਮੈਂ ਅੱਗੇ ਇੱਕ ਦਿਨ ਉਦਾਹਰਣ ਦਿੱਤੀ ਸੀ, ਆਪਾਂ ਪੁਰਾਣਾ ਘਰ ਢਾਈਏ ਅਤੇ ਨਵਾਂ ਬਣਾਈਏ, ਅਤੇ ਪੁਰਾਣੀਆਂ ਇੱਟਾਂ ਬਾਹਰ ਥੋੜ੍ਹਾ ਸੁੱਟ ਆਈ ਦੀਆਂ, ਉਹ ਵੀ ਨੀਹਾਂ 'ਚ ਲਾ ਲਈਦੀਆਂ ਨੇ ਵੀ ਕੰਮ ਦੇਣਗੀਆਂ। ਉਹਦੇ ਇੱਟੇ ਰੋੜੇ ਵੀ ਬਜਰੀ ਕੁੱਟ ਕੇ ਆਪਾਂ ਫਰਸ਼ਾਂ ਪਾ ਲੈਂਦੇ ਰਹੇ ਹਾਂ। ਪੁਰਾਣੇ ਬੂਹੇ ਦਰਵਾਜ਼ੇ ਲਾਉਣੇ ਅਤੇ ਉਹ ਵੀ ਲੱਕੜ ਦੇ ਵਿੱਚ ਵਰਤ ਕੇ ਅਤੇ ਨਵੇਂ ਘਰ ਦੀ ਉਸਾਰੀ ਦੇ ਵਿੱਚ ਬੂਹੇ ਬਾਰੀਆਂ ਜੜ ਲਈਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਮਟੀਰੀਅਲ ਨੂੰ ਅਜਾਈ ਨਹੀਂ ਜਾਣ ਦਿੱਤਾ, ਉਹਦੀ ਸਪਿਰਿਟ ਨੂੰ ਜਿਉਂਦਿਆਂ ਰੱਖਿਆ, ਚੇਤੇ 'ਚ ਰੱਖਿਆ। ਉਹਦੇ ਤੱਤ ਭਾਵ ਨੂੰ ਮਰ ਨਹੀਂ ਦਿੱਤਾ, ਉਹਦੇ ਤੱਤ ਭਾਵ ਨੂੰ ਆਪਣੇ ਸ਼ਬਦਾਂ ਵਿੱਚ ਹਜ਼ੂਰ ਨੇ ਬਿਆਨ ਕਰ ਲਿਆ। ਮੈਂ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਪੜ੍ਹਿਆ ਮਹਾਰਾਜ ਨੇ ਧਰੂ ਨੂੰ ਕ੍ਰਿਟੀਸਾਈਜ਼ ਕੀਤਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਹਿਲਾਦ ਦੇ ਖਿਲਾਫ ਇੱਕ ਵੀ ਲਫ਼ਜ਼ ਵਰਤਿਆ ਹੋਵੇ। ਸਤਿਗੁਰੂ ਨੇ ਉਹਨੂੰ ਭਗਤ ਦੇ ਬਿੰਬ ਵਜੋਂ ਵਰਤਿਆ, ਉਹਨੂੰ ਪ੍ਰਤੀਕ ਵਰਤਿਆ ਇਬਾਦਤ ਦਾ, ਉਹਨੂੰ ਪ੍ਰਤੀਕ ਵਰਤਿਆ ਇਨਕਲਾਬ ਦਾ। ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖੋ, ਬਾਣੀ ਨੇ ਆਪਣੇ ਹਿਸਾਬ ਨਾਲ ਉਹਦਾ ਅਰਥ ਕਰ ਲਿਆ। ਇਹ ਵੱਖਰੀ ਗੱਲ ਹੈ ਵੀ ਸਾਡੀ ਮੂੜਤਾ ਨਾ ਸ਼ਬਦਾਂ ਨੂੰ ਵੇਂਦੀ ਹੈ ਅਤੇ ਨਾ ਉਸ ਦੇ ਪਿੱਛੇ ਖੜੇ ਹੋਏ ਤੱਤ ਭਾਵ ਨੂੰ ਵੇਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਾਰੇ ਪ੍ਰਮਾਣ ਅਤੇ ਪ੍ਰਤੀਕ ਬਿੰਬ ਵਰਤੇ ਬਾਣੀ ਵਿੱਚ, ਕਿਉਂਕਿ ਸਤਿਗੁਰੂ ਇਤਿਹਾਸ ਦੀ ਰਮਜ਼ ਵੀ ਜਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜਜ਼ਬਿਆਂ ਦੀ ਖੇਡ ਵੀ ਸਮਝਦੇ ਨੇ, ਅਤੇ ਸਤਿਗੁਰੂ ਮਹਾਰਾਜ ਇਹ ਵੀ ਵੇਖਦੇ ਨੇ ਵੀ ਤਾਰੀਖ ਦੀ, ਦੁਨੀਆ ਦੀ, ਸਮਾਜ ਦੀ ਕਿਸੇ ਮਾਨਸਿਕਤਾ ਨੂੰ ਘੜਨ ਵਿੱਚ ਕਿਸੇ ਗੱਲ ਦਾ ਸਦੀਆਂ ਤੱਕ ਦਾ ਸਫ਼ਰ ਜਿਹੜਾ ਐਵੇਂ ਨਹੀਂ ਹੋ ਜਾਂਦਾ, ਉਹਦੇ ਪਿੱਛੇ ਕੁਝ ਕਾਰਨ ਹੁੰਦੇ। ਹੁਣ ਸਤਿਗੁਰੂ ਮਹਾਰਾਜ ਨੇ ਉਦਾਹਰਨਾਂ, ਪ੍ਰਹਿਲਾਦ ਦੀ ਉਦਾਹਰਣ ਵੀ ਬਾਣੀ ਵਿੱਚ ਵਰਤੀ ਹੈ, ਹਰਨਾਕਸ਼ ਦੀ ਉਦਾਹਰਣ ਵੀ ਵਰਤੀ ਹੈ। ਇਹ ਸਾਰੀਆਂ ਧਰੂ ਦੀ ਵੇਖੋ ਤੁਸੀਂ ਉਦਾਹਰਣ ਸਤਿਗੁਰੂ ਨੇ ਬਾਣੀ 'ਚ ਵਰਤੀ, ਪਰ ਕਿਹੜੇ ਐਂਗਲ ਤੋਂ ਵਰਤੀ ਹੈ ਇਹ ਵੇਖਣ ਦੀ ਲੋੜ ਹੈ। ਸਤਿਗੁਰੂ ਮਹਾਰਾਜ ਇਸ ਗੱਲ ਤੋਂ ਅਵੇਅਰ ਨੇ। ਮਿੱਥ ਜਿਹੜੀ ਹੈ ਨਾ, ਮਿੱਥ ਦਾ ਮਤਲਬ ਹੁੰਦਾ ਵੀ ਪਤਾ ਨਹੀਂ ਹੋਈ ਕਿ ਨਹੀਂ, ਉਹਦੇ ਬਾਰੇ ਕੋਈ ਕਲੀਅਰ ਨਹੀਂ, ਅਤੇ ਉਹਦਾ ਕੋਈ ਵਿਗਿਆਨਕ ਆਧਾਰ, ਠੋਸ ਆਧਾਰ ਵਿਗਿਆਨ ਨਹੀਂ ਤਲਾਸ਼ਦਾ। ਪਰ ਮਿੱਥ ਜਿਹੜੀ ਹੈ ਉਹਦਾ ਆਪਣਾ ਇੱਕ ਰੰਗ ਹੁੰਦਾ,
ਜਿਵੇਂ ਪੁਰਾਣੇ ਕੱਪੜੇ ਆਪਣੇ ਘਰਾਂ 'ਚ ਹੁੰਦੇ ਸਨ, ਪੱਗ ਹੀ ਪੁਰਾਣੀ ਹੋ ਜਾਏ, ਦਸਤਾਰ, ਅਤੇ ਕਈ ਵਾਰ ਆਪਾਂ ਸੁੱਟਣ ਦੀ ਬਜਾਏ ਕਈ ਚੀਜ਼ਾਂ ਨੂੰ ਢੱਕਣ ਦੇ ਕੰਮ ਹੀ ਉਹਨੂੰ ਬਾਅਦ 'ਚ ਲੈ ਲੈਂਦੇ, ਵੀ ਇਹਨੂੰ ਅਜਾਈ ਕਿਉਂ ਸੁੱਟਣਾ, ਕੁਝ ਤਾਂ ਕੰਮ ਦੇਵੇ ਜਾਂਦੀ ਜਾਂਦੀ। ਸਤਿਗੁਰੂ ਨੇ ਐਵੇਂ ਮਟੀਰੀਅਲ ਵਰਤ ਲਿਆ। ਪੁਰਾਣਾਂ ਦੇ ਵਿੱਚ ਕਥਾ ਹੈ, ਪ੍ਰਹਿਲਾਦ ਹਰਨਾਕਸ਼ ਨੂੰ ਰੱਬ ਨਹੀਂ ਮੰਨਦਾ। ਖੈਰ ਪੁਰਾਣ ਵਾਲੇ ਜਿਹੜੇ ਸਾਨੂੰ ਵਿਸ਼ਨੂੰ ਭਗਤ ਸਨ, ਉਹਨਾਂ ਕਿਹਾ ਉਹ ਵਿਸ਼ਨੂੰ ਦਾ ਉਪਾਸ਼ਕ ਸੀ, ਪਰ ਸਤਿਗੁਰੂ ਨੇ ਆਖਿਆ ਉਹ ਹਰੀ ਦਾ ਉਪਾਸ਼ਕ ਸੀ। ਬਾਣੀ ਨੇ ਇਹਦੀ ਵਿਆਖਿਆ ਇਸ ਢੰਗ ਨਾਲ ਕੀਤੀ ਹੈ। ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਕਿ ਪ੍ਰਹਿਲਾਦ ਵਿਸ਼ਨੂੰ ਦਾ ਭਗਤ ਹੈ, ਉਹਨਾਂ ਆਖਿਆ ਹਰੀ ਪਰਮੇਸ਼ਰ ਦਾ ਭਗਤ ਹੈ। ਸਾਹਿਬ ਸਤਿਗੁਰੂ ਮਹਾਰਾਜ ਤਾਂ ਇਸ ਅੰਦਾਜ਼ ਵਿੱਚ ਕਹਿੰਦੇ ਨੇ। ਖੈਰ ਪੁਰਾਣਾਂ ਦੀ ਕਥਾ ਹੈ ਵੀ ਹਰਨਾਕਸ਼ ਨੇ ਆਪਣੇ ਆਪ ਨੂੰ ਰੱਬ ਘੋਸ਼ਿਤ ਕੀਤਾ ਹੋਇਆ ਵੀ ਮੈਂ ਹੀ ਇਸ ਸ੍ਰਿਸ਼ਟੀ ਦਾ ਕਰਤਾ ਵੀ ਹਾਂ, ਸੰਚਾਲਕ ਵੀ ਹਾਂ, ਅਤੇ ਹਰਤਾ ਨਾਸ਼ ਕਰਨ ਵਾਲਾ ਵੀ। ਮੈਨੂੰ ਰੱਬ ਮੰਨੋ, ਮੈਨੂੰ ਜਪਿਆ ਜਾਏ। ਪ੍ਰਹਿਲਾਦ ਇਸ ਗੱਲ ਤੋਂ ਇਨਕਾਰੀ, ਉਹ ਕਹਿੰਦਾ ਨਹੀਂ, ਤੂੰ ਕਿਵੇਂ ਰੱਬ ਹੋ ਸਕਦਾ, ਤੂੰ ਪਰਮੇਸ਼ਰ ਤੋਂ ਭਗਵਾਨ ਨਹੀਂ ਹੋ ਸਕਦਾ। ਉਸਤਾਦ ਛੰਡਾ ਤੇ ਅਮਰਕ ਆ ਕੇ ਆਖਦੇ ਨੇ ਵੀ ਰਾਜਨ, ਤੁਹਾਡਾ ਆਪਣਾ ਪੁੱਤਰ ਹੀ ਤੁਹਾਡੇ ਤੋਂ ਬਗਾਵਤ ਕਰਦਾ ਹੈ, ਅਸੀਂ ਲੋਕਾਂ ਨੂੰ ਕੀ ਸਿੱਖਿਆ ਦੀਏ? ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਇਹ ਆਪ ਤਾਂ ਵਿਗੜਿਆ ਹੀ, ਅਸੀਂ ਇਹਨੂੰ ਕੁਝ ਕਹਿ ਨਹੀਂ ਸਕਦੇ, ਤੁਹਾਡਾ ਬੱਚਾ ਹੈ। ਪਰ ਜਿੰਨੇ ਇਹਦੇ ਆਲੇ ਦੁਆਲੇ ਨੇ ਉਹਨਾਂ ਨੂੰ ਵੀ ਇਹੋ ਪੱਟੀ ਪੜਾਉਂਦਾ ਵੀ ਮੇਰਾ ਪਿਓ ਰੱਬ ਨਹੀਂ ਹੋ ਸਕਦਾ, ਭਗਵਾਨ ਨਹੀਂ ਹੋ ਸਕਦਾ, ਉਹ ਇੱਕ ਰਾਜਾ ਹੈ ਅਤੇ ਮੇਰਾ ਬਾਪ ਹੈ, ਉਹਦੀ ਹੈਸੀਅਤ ਜਿੰਨੀ ਹੈ ਉਨੀ ਮੰਨਣੀ ਚਾਹੀਦੀ ਹੈ। ਇਸ ਗੱਲ ਤੋਂ ਖੁੰਦਕ ਹੈ ਔਰ ਇੱਕ ਮਿਸਾਲ ਸੈੱਟ ਕਰਨਾ ਚਾਹੁੰਦਾ ਹੈ ਹਰਨਾਕਸ਼। ਉਹਨੇ ਆਪਣੇ ਪੁੱਤਰ ਨੂੰ ਸਜ਼ਾਵਾਂ ਦੇਣ ਦਾ ਦੌਰ ਸ਼ੁਰੂ ਕਰ ਲਿਆ। ਉਹਦੇ 'ਚ ਕਈ ਘਟਨਾਵਾਂ ਦਾ ਉਹ ਜ਼ਿਕਰ ਕਰਦੇ ਨੇ। ਉਹਦੇ ਵਿੱਚ ਇੱਕ ਘਟਨਾ ਹੈ ਵੀ ਹੋਲਕਾ, ਹਰਨਾਕਸ਼ ਦੀ ਜਿਹੜੀ ਭੈਣ ਹੈ, ਉਹਨੂੰ ਸ਼ਿਵ ਕੋਲੋਂ ਕਹਿੰਦੇ ਵਰ ਮਿਲਿਆ ਹੋਇਆ ਵੀ ਉਹ ਅੱਗ 'ਚ ਸੜ ਨਹੀਂ ਸਕਦੀ। ਉਸਨੇ ਆਖਿਆ ਇਹਦਾ ਬੜਾ ਸੌਖਾ, ਹਾਲੇ ਨੂੰ ਮੈਂ ਗੋਦੀ 'ਚ ਲੈ ਕੇ ਚਿਖਾ 'ਚ ਬਹਿ ਜਾਣਾ, ਮੈਂ ਸੜਨਾ ਨਹੀਂ, ਲੱਕੜਾਂ ਵੀ ਸੜ ਜਾਣੀਆਂ ਨੇ, ਪ੍ਰਹਿਲਾਦ ਨੇ ਵੀ ਸੜ ਜਾਣਾ। ਪਰ ਹੋਇਆ ਉਲਟਾ। ਇਹ ਉਹਨਾਂ ਦੀ ਪੁਰਾਣਕ ਕਥਾ ਹੈ। ਕਹਿੰਦੇ ਨੇ ਹੋਲਕਾ ਸੜ ਮੋਈ, ਅਤੇ ਹੋਲਕਾ ਦਹਨ ਦੇ ਰੂਪ ਦੇ ਵਿੱਚ ਅਤੇ ਪ੍ਰਹਿਲਾਦ ਦੀ ਜਿੱਤ ਦੇ ਰੂਪ ਦੇ ਵਿੱਚ ਭਾਰਤ ਦੇ ਵਾਸੀ ਪੁਰਾਣ ਦੀ ਉਸ ਕਥਾ ਨੂੰ ਸਦੀਆਂ ਤਲਕ ਜੀਂਦੇ ਆਏ। ਉਹ ਫਿਰ ਆਰਜੀ ਜੀ ਚਿਖਾ ਬਣਾ ਲੈਂਦੇ ਸਨ, ਪ੍ਰਹਿਲਾਦ ਦੀ ਜੈ ਜੈਕਾਰ ਕਰਦੇ ਸਨ, ਹਰਨਾਕਸ਼ ਨੂੰ ਗਾਲਾਂ ਵੀ ਕੱਢਦੇ ਸਨ, ਅਤੇ ਫਿਰ ਉਹ ਜਦੋਂ ਚਿਖਾ ਸੜ ਕੇ ਠੰਡੀ ਹੋ ਜਾਂਦੀ ਅਤੇ ਉਹ ਸਵਾਹ ਨੂੰ ਉਡਾਉਂਦੇ ਸਨ ਵੀ ਇਹ ਹਰਨਾਕਸ਼ ਦੀ ਅਤੇ ਹੋਲਕਾ ਦੀ ਖੇ ਉੱਡ ਰਹੀ ਹੈ। ਇੱਥੋਂ ਉਹਨੂੰ ਹੋਰੀ ਕਹਿੰਦੇ ਸਨ ਅਤੇ ਹੌਲੀ ਹੌਲੀ ਸ਼ਬਦ ਹੋਲੀ ਵਿੱਚ ਕਨਵਰਟ ਹੋ ਗਿਆ। ਖੇ ਉਡਾਉਣ ਤੋਂ ਲੈ ਕੇ ਚਿੱਕੜ ਸੁੱਟਣ ਤੱਕ ਕਹਾਣੀ ਚਲੀ ਗਈ, ਮਿੱਟੀ ਉਡਾਉਣ ਤੱਕ ਚਲੀ ਗਈ, ਰੰਗਾਂ ਦਾ ਪਸਾਰਾ ਅਤੇ ਕਾਢ ਨਿਕਲੀ ਅਤੇ ਲੋਕਾਂ ਨੇ ਰੰਗ ਸੁੱਟਣੇ ਸ਼ੁਰੂ ਕੀਤੇ, ਅਤੇ ਹੌਲੀ ਹੌਲੀ ਇਹ ਤਿਉਹਾਰ ਜਿਹੜਾ ਹੈ ਇੱਕ ਮਿੱਥ ਤੋਂ ਲੈ ਕੇ ਇੰਪਲੀਮੈਂਟ ਹੋ ਕੇ ਇੱਕ ਕਲਚਰ ਬਣ ਗਿਆ, ਇੱਕ ਸੱਭਿਆਚਾਰ ਦਾ ਰੂਪ ਵਟਾ ਗਿਆ। ਇਹਦੇ ਤੋਂ ਅੱਖ ਨਹੀਂ ਸੀ ਫੇਰੀ ਜਾ ਸਕਦੀ। ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਫੀਲਡ ਰਿਹਾ, ਸਤਿਗੁਰੂ ਵੇਖ ਰਹੇ ਸਨ ਇਹ ਤੇ ਤਿਉਹਾਰ ਲੱਤ ਗੱਡ ਕੇ ਖੜਾ ਹੈ ਸਮਾਜ 'ਚ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹਾਂ, ਇਹਦਾ ਬਦਲ ਦਿੱਤਾ ਜਾ ਸਕਦਾ। ਇਹਦੇ ਦੋ ਰੀਜ਼ਨ ਨੇ। ਇੱਕ ਤਾਂ ਲੋਕ ਇਸ ਗੈਰ ਵਿਧਾਨਕ ਜਿਹੀ ਅਤੇ ਗੈਰ ਸੱਭਿਆਚਾਰਕ ਜਿਹੀ ਰਸਮ ਤੋਂ ਖਹਿੜਾ ਛੁਡਾ ਲੈਣ, ਅਤੇ ਦੂਜਾ ਸਤਿਗੁਰੂ ਜਿਸ ਕੌਮ ਦਾ ਆਗਾਜ਼ ਕਰ ਰਹੇ ਨੇ ਉਹਦੇ ਆਪਣੇ ਤਿਉਹਾਰ ਹੋਣ, ਉਹ ਦੂਜਿਆਂ ਦੇ ਮਾਂਗਵੇਂ ਤਿਉਹਾਰਾਂ ਦੇ ਉੱਤੇ ਨਾ ਜੀਣ। ਤੁਸੀਂ ਵੇਖੋ ਸਤਿਗੁਰੂ ਮਹਾਰਾਜ ਨੇ ਕਿਹੜੀ ਨਵੀਂ ਚੀਜ਼ ਹੈ ਜਿਹੜੀ ਸਾਨੂੰ ਦਿੱਤੀ ਨੇ, ਬਤੌਰ ਇੱਕ ਕੌਮ ਸਾਡਾ ਵੱਖਰਾ ਹੀ ਕਲਚਰ ਸਿਰਜ ਦਿੱਤਾ ਹਰ ਪੱਖ ਤੋਂ ਸਤਿਗੁਰੂ ਮਹਾਰਾਜ ਨੇ। ਸਾਡੀ ਇਬਾਦਤ ਦਾ ਢੰਗ ਵੱਖਰਾ, ਸਾਡਾ ਧਰਮ ਗ੍ਰੰਥ ਵੱਖਰਾ, ਸਾਡੇ ਧਰਮ ਅਸਥਾਨ ਵੱਖਰੇ, ਧਰਮ ਅਸਥਾਨਾਂ ਦਾ ਸਟਰਕਚਰ ਵੱਖਰਾ, ਸਾਡੀ ਬੋਲੀ, ਸਾਡੇ ਆਪਣੇ ਕਲਚਰਲ ਸ਼ਬਦ, ਹਰ ਚੀਜ਼ ਨੂੰ ਡਿਫਾਈਨ ਕਰਨ ਵਾਸਤੇ ਸਾਡੀ ਐਕਸਪਲੇਨੇਸ਼ਨ ਵੱਖਰੀ। ਕਿਹੜੀ ਚੀਜ਼ ਹੈ ਜਿਹੜੀ ਸਾਡੀ ਰਲਗੱਡ ਹੁੰਦੀ ਹੈ ਸਿਵਾਏ ਸ਼ਬਦਾਵਲੀ ਤੋਂ? ਇੱਕ ਵੀ ਚੀਜ਼ ਵੇਖ। ਸਾਡੇ ਤਿਉਹਾਰ ਵੀ ਮਹਾਰਾਜ ਨੇ ਵੱਖਰੇ ਕੱਢੇ। ਇਹ ਕਿੱਡੀ ਵੱਡੀ ਗੱਲ ਹੈ। ਇਹ ਕੋਈ ਇੱਕੇ ਦਿਨ 'ਚ ਪੈਦਾ ਨਹੀਂ ਹੋ ਜਾਂਦਾ। ਮੈਨੂੰ ਕਈ ਵਾਰ ਕੋਈ ਪੁੱਛੇ ਜਾਂ ਮੈਂ ਕਿਸੇ ਨੂੰ ਜਾ ਕੇ ਪੁੱਛਾਂ, ਮੈਂ ਬੜਾ ਔਖਿਆਈ ਮਹਿਸੂਸ, ਕੋਈ ਆਖੇ ਆਨੰਦਕਾਰੀ ਦੀ ਰਸਮ ਮਰਿਆਦਾ ਕਿਸ ਤਰੀਕ ਨੂੰ ਸ਼ੁਰੂ ਹੋਈ, ਕੋਈ ਤਰੀਕ ਨਹੀਂ ਹੈ ਇਹਦੀ। ਕਿਉਂਕਿ ਇਵੇਂ ਨਹੀਂ ਸੀ ਵੀ ਲੋਕ ਇਕੱਠੇ ਕੀਤੇ ਅਤੇ ਆਖਿਆ ਵੀ ਆਹ ਕਰ ਦਿੱਤਾ ਚਲੋ ਮੰਨੋ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਮਾਨਸਿਕਤਾ ਨੂੰ ਬਦਲਦਿਆਂ ਅਤੇ ਕਿਸੇ ਚੀਜ਼ ਨੂੰ ਇੰਪਲੀਮੈਂਟ ਹੁੰਦਿਆਂ ਵਕਤ ਲੱਗਦਾ। ਇਸੇ ਕਰਕੇ ਤੁਸੀਂ ਤਾਰੀਖ ਵਿੱਚ ਜਕਾਰਾ ਕਿਸ ਦਿਨ ਪਹਿਲਾਂ ਛੱਡਿਆ ਗਿਆ ਤਰੀਕ ਨਹੀਂ ਲੱਭ ਸਕੋਗੇ। ਫਤਿਹ ਪਹਿਲੇ ਦਿਨ ਕਦੋਂ ਬੁਲਾਈ ਗਈ ਤਰੀਕ ਨਹੀਂ ਕੱਢ ਸਕੋਗੇ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ।
ਸਤਿਗੁਰੂ ਮਹਾਰਾਜ ਨੇ ਸਾਨੂੰ ਤਿਉਹਾਰਾਂ ਦਾ ਇੱਕ ਵੱਖਰਾ ਪੈਟਰਨ ਦਿੱਤਾ, ਉਹਨਾਂ ਦਾ ਇੱਕ ਮਿਆਰ ਸਿਰਜ ਕੇ ਦਿੱਤਾ ਵੀ ਹਰ ਇੱਕ ਤਿਉਹਾਰ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ। ਉਹਦੇ ਵਿੱਚੋਂ ਕੌਮ ਨੂੰ, ਭਵਿੱਖ ਨੂੰ ਤੇ ਸਮਾਜ ਨੂੰ ਕੁਝ ਲੱਭਦਾ ਹੋਵੇ, ਉਹ ਬੰਦੇ ਨੂੰ ਬੰਦੇ ਦੇ ਨੇੜੇ ਖੜਦਾ ਹੋਵੇ, ਉਹ ਤੁਹਾਡੀਆਂ ਸਮੇਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੱਢਦਾ ਹੋਵੇ। ਔਰ ਤੁਸੀਂ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਪੈਦਾ ਕੀਤੇ ਹੋਏ ਜਿਹੜੀਆਂ ਸੰਸਥਾਵਾਂ ਨੇ ਉਹ ਵੇਖ ਲਓ, ਜਿੰਨੇ ਤਿਉਹਾਰ ਨੇ ਉਹ ਵੇਖ ਲਓ, ਜਿੰਨੀਆਂ ਉਹਨਾਂ ਪਰੰਪਰਾਵਾਂ ਸਾਨੂੰ ਬਖਸ਼ੀਆਂ ਉਹਨਾਂ ਨੂੰ ਵੇਖ ਲਓ, ਉਹਨਾਂ ਦੇ ਅੰਦਰੂਨੀ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਵੀ ਐਸੀ ਨਹੀਂ ਜਿਹੜੀ ਬਿਨਾਂ ਵਜ੍ਹਾ ਹੀ ਸਾਡੇ 'ਤੇ ਥੋਪ ਦਿੱਤੀ ਹੋਵੇ। ਹਰ ਇੱਕ ਦੇ ਡੂੰਘੇ ਮਾਇਨੇ ਸਨ ਔਰ ਹਰ ਇੱਕ ਚੀਜ਼ ਨੇ ਸਾਡੇ ਭਵਿੱਖ ਨੂੰ ਸਵਾਰਨ ਵਿੱਚ ਮਸ਼ੀਨ ਦੇ ਪੁਰਜਿਆਂ ਵਾਂਗ ਆਪਣਾ ਆਪਣਾ ਪੂਰਾ ਯੋਗਦਾਨ ਖੜਾ ਕਰ ਦਿੱਤਾ। ਇਹ ਵੱਖਰੀ ਗੱਲ ਹੈ। ਮੈਂ ਜਿਵੇਂ ਅੱਗੇ ਬੇਨਤੀ ਕੀਤੀ ਹੈ ਵੀ ਵਿਰੋਧੀ ਤੇ ਸਾਜ਼ਿਸ਼ਕਾਰੀ ਉਹ ਤਾਂ ਚਾਹੁੰਦੇ ਹੀ ਸਨ ਵੀ ਇਸ ਗੁਰੂ ਪਾਤਸ਼ਾਹ ਦੇ ਕਲਚਰ ਨੂੰ ਤੇ ਸੱਭਿਆਚਾਰ ਨੂੰ ਛਿੰਨ ਭਿੰਨ ਤੇ ਇਹਦੇ 'ਚ ਵਿਗਾੜ ਖੜਾ ਕੀਤਾ ਜਾਏ। ਤੇ ਅਸੀਂ ਵੀ ਅਵੇਸਲੇ ਤੇ ਸਾਡੀ ਅਗਿਆਨਤਾ ਨੇ ਵੀ ਇਹਦੇ ਵਿੱਚ ਬਰਾਬਰ ਦਾ ਯੋਗਦਾਨ ਜਿਹੜਾ ਉਹ ਪਾਇਆ। ਤੇ ਅਸੀਂ ਵੀ ਆਪਣੇ ਉਹਨਾਂ ਚੀਜ਼ ਜਿਹੜੇ ਗੁਰੂ ਸਾਹਿਬ ਜੀ ਨੇ ਸਾਨੂੰ ਸੰਸਥਾਵਾਂ ਦਿੱਤੀਆਂ, ਕਲਚਰ ਦਿੱਤਾ, ਜਿਹੜੀਆਂ ਚੀਜ਼ਾਂ ਬਖਸ਼ੀਆਂ, ਉਹਨਾਂ ਨੂੰ ਵੀ ਅਸੀਂ ਮੂਲ ਰੂਪ ਵਿੱਚ ਕਾਇਮ ਰੱਖਣ ਤੋਂ ਕਿਧਰੇ ਨਾ ਕਿਧਰੇ ਆਨਾਕਾਨੀ ਕੀਤੀ ਵੀ ਹੈ ਤੇ ਅੱਜ ਤੱਕ ਵੀ ਕਰ ਰਹੇ ਹਾਂ। ਅੱਜ ਤੱਕ ਖਿਮਾ ਕਰਨਾ, ਇੱਥੋਂ ਤੱਕ ਸਾਡੇ ਤਾਂ ਬੁਲਾਰੇ ਵੀ ਜਿਹੜੇ ਨਾ ਖੁਦ ਮੇਰੇ ਵਰਗੇ ਇਨਸਾਨ ਉਹ ਵੀ ਉਹ ਲਫ਼ਜ਼, ਹੁਣ ਵੇਖੋ ਮੈਂ ਕਸੁੰਭ ਦਾ ਰੰਗ ਦਾ ਜ਼ਿਕਰ ਕੀਤਾ, ਮਜੀਠ ਦਾ ਕੀ ਪ੍ਰਤੀਕ ਨੇ, ਬਿੰਬ ਨੇ, ਪਤਾ ਸਾਰਾ ਹੈ। ਪਰ ਉਹ ਭਾਈ ਨੰਦ ਲਾਲ ਦਾ ਇੱਕ ਗੁਲਾਲ ਸ਼ਬਦ ਚੁੱਕਣਗੇ ਪਰਸ਼ੀਅਨ ਦਾ। ਹੁਣ ਮੈਂ ਇੱਥੇ ਭਾਵੇਂ ਜੋ ਮਰਜ਼ੀ ਕਹਿ ਦਿਆਂ, ਜੇ ਤੁਹਾਨੂੰ ਪਰਸ਼ੀਅਨ ਆਉਂਦੀ ਨਹੀਂ ਤੁਸੀਂ ਤਾਂ ਸਿਰ ਮਾਰ ਹੀ ਦੇਣਾ, ਤੇ ਹੋ ਸਕਦਾ ਜਕਾਰਾ ਵੀ ਗਜਾ ਦਿਓ ਵੀ ਭਾਈ ਸਾਹਿਬ ਨੇ ਬਾ ਕਮਾਲ ਸ਼ੇਰ ਬੋਲਿਆ। ਪਰ ਭਾਈ ਸਾਹਿਬ ਤਾਂ ਉੱਥੇ ਪ੍ਰਤੀਕ ਵਰਤ ਰਹੇ ਨੇ, ਉਸ ਪ੍ਰਤੀਕ ਨੂੰ ਥੋਪ ਕੇ ਸਾਡੇ ਉੱਤੇ ਉਹ ਕਹਿੰਦੇ ਨੇ ਜੀ ਜੇ ਰੰਗ ਸਿਰ 'ਚ ਪੈ ਵੀ ਜਾਏ ਤੇ ਕੀ ਹਰਜ ਹੈ। ਤੇ ਹਰਜ ਤਾਂ ਕਿਸੇ ਚੀਜ਼ ਵਿੱਚ ਵੀ ਨਹੀਂ, ਭਾਵੇਂ ਟੱਲੀ ਵੀ ਖੜਕਾ ਲਈ ਜਾਏ ਤੇ ਕੀ ਹਰਜ ਹੈ। ਗੱਲ ਹਰਜ ਦੀ ਨਹੀਂ, ਗੁਰੂ ਨੇ ਤੁਹਾਨੂੰ ਕੀ ਦਿੱਤਾ, ਮਸਲਾ ਇਹ ਹੈ ਤੁਹਾਡੀ ਪਛਾਣ ਕੀ ਹੈ, ਤੁਹਾਡਾ ਵੱਖਰਾਪਨ ਕੀ ਹੈ, ਤੁਹਾਡੀ ਨਿਵੇਕਲੀ ਸੋਚ ਕੀ ਹੈ, ਤੁਹਾਡਾ ਆਪਣਾ ਕੌਮੀ ਸਟਰਕਚਰ ਤੇ ਸਿਧਾਂਤ ਕੀ ਹੈ। ਗੱਲ ਤਾਂ ਇੱਥੇ ਆ ਕੇ ਸਾਰੀ ਮੁੱਕਣੀ ਹੈ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਵੀ ਸਮਝਣ ਦਾ ਯਤਨ ਕਰੀਏ ਨਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੇ ਹੋਏ ਤਿਉਹਾਰਾਂ ਦੀ ਅਹਿਮੀਅਤ ਕੀ ਹੈ, ਜੇ ਇਸ ਚੀਜ਼ ਨੂੰ ਅਸੀਂ ਥੋੜਾ ਵੀ ਸਮਝ ਕੇ ਇੰਪਲੀਮੈਂਟ ਕਰੀਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਪੈਣੀ ਵੀ ਹਮ ਹਿੰਦੂ ਨਹੀਂ। ਅਗਲਾ ਕਹੇਗਾ ਜੀ ਇਹ ਤਾਂ ਹੈ ਹੀ ਨਹੀਂ, ਇਹ ਅਗਲਾ ਕਹੇਗਾ। ਅੱਜ ਸਾਨੂੰ ਕੂਕਣਾ ਪੈ ਰਿਹਾ, ਘੋਣਾ ਅਸੀਂ ਅਗਲੇ ਦੇ ਮੂੰਹੋਂ ਅਸੀਂ ਕਹਿਣਾ ਸਾਨੂੰ ਪੈ ਰਿਹਾ, ਆਪਣੀ ਸਫਾਈ ਚੁਰਾਹੇ 'ਚ ਖਲੋ ਕੇ ਦੇਣੀ ਪੈ ਰਹੀ ਹੈ, ਕਿਉਂਕਿ ਸਾਡੇ ਅੱਧਿਓਂ ਪਚੱਧੇ ਕੰਮ ਹੀ ਇਸ ਤਰ੍ਹਾਂ ਦੇ ਨੇ। ਮੁਆਫ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਅਸੀਂ ਰਿਣ ਤੇ ਕਰਜ਼ਾ ਨਹੀਂ ਲਾ ਸਕਦੇ। ਹਜ਼ੂਰ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਇੱਕ ਇੱਕ ਐਸਾ ਕਦਮ ਪੁੱਟਿਆ ਜਿਸ ਨੇ ਸਾਡੇ ਭਵਿੱਖ ਨੂੰ ਦੁਨੀਆ ਦੀ ਤਾਰੀਖ ਦੇ ਵਿੱਚ ਚਮਕਾ ਕੇ ਰੱਖ ਦਿੱਤਾ ਔਰ ਸਾਨੂੰ ਐਡੀ ਨਰੋਈ ਤਾਰੀਖ ਦਿੱਤੀ ਹੈ ਜਿਹਦਾ ਤੋੜ ਕੋਈ ਨਹੀਂ ਸੰਸਾਰ 'ਚ, ਜਿਸ ਦਾ ਸਾਨੀ ਕੋਈ ਨਹੀਂ ਸੰਸਾਰ 'ਚ। ਤੁਸੀਂ ਸਿੱਖ ਤਾਰੀਖ ਦੀ ਇੱਕ ਵੀ ਘਟਨਾ ਗੁਰੂ ਕਾਲ ਦੀ, ਭਾਵੇਂ ਉਹਦੇ 'ਚ ਬੇਬਹਾ ਨੁਕਸਾਨ ਹੋਇਆ, ਉਹਦਾ ਜ਼ਿਕਰ ਕਰਦਿਆਂ ਤੁਹਾਨੂੰ ਕਦੇ ਦੁੱਖ ਨਹੀਂ ਹੁੰਦਾ। ਕਿੱਡੀ ਕਮਾਲ ਦੀ ਖੇਡ ਹੈ। ਬੱਚੇ ਨੀਹਾਂ 'ਚ ਚਿਣੇ ਜਾਣ, ਨਗਰ ਤਬਾਹ ਹੋ ਜਾਣ, ਬੰਦ ਕੱਟੇ ਜਾਣ ਤੇ ਖੋਪਰ ਲੈ ਜਾਣ, ਤੇ ਸੁਣਾਉਣ ਵਾਲਾ ਤੇ ਸੁਣਨ ਵਾਲਾ ਚੜ੍ਹਦੀ ਕਲਾ ਦਾ ਅਹਿਸਾਸ ਕਰਦਾ ਹੈ। ਕੀ ਸਪੇਟ ਹੈ ਇਹਦੇ ਪਿੱਛੇ? ਕਦੇ ਤੁਸੀਂ ਸੁਣਿਆ ਵੀ ਕਿਸੇ ਦੁਖਦਾਈ ਘਟਨਾ ਦਾ ਜ਼ਿਕਰ ਹੋਵੇ ਤੇ ਬੰਦਾ ਦੁਹੱਥੜਾ ਮਾਰਨੋਂ ਰਹਿ ਸਕੇ? ਪਰ ਸਿੱਖ ਤਾਰੀਖ ਇੱਕ ਐਸੀ ਤਾਰੀਖ, ਕਿਉਂਕਿ ਇਹਦੇ ਪਿੱਛੇ ਇੱਕ ਸਪੇਟ ਹੈ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ। ਇਹ ਕੋਈ ਸਧਾਰਨ ਘਟਨਾਵਾਂ ਨਹੀਂ ਸਨ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਆਸ਼ੇ ਨੂੰ ਵੀ ਸਮਝੀਏ ਤੇ ਹਜ਼ੂਰ ਦੇ ਸਿਧਾਂਤ ਨੂੰ ਵੀ ਸਮਝੀਏ, ਔਰ ਜੋ ਮਹਾਰਾਜ ਨੇ ਇਤਿਹਾਸਕ ਤੌਰ ਤੇ ਸਾਨੂੰ ਬਖਸ਼ਿਆ ਉਹਨਾਂ ਨੂੰ ਜੇ ਕੌਮ ਸੁਚੇਤ ਹੋ ਕੇ ਸਾਡੀ ਕੌਮ ਦਾ ਵੱਡਾ ਹਿੱਸਾ ਅਪਣਾਏਗਾ ਤਾਂ ਨਿਸ਼ਚੈ ਸਾਡਾ ਭਵਿੱਖ ਸੁਨਹਿਰੀ ਹੋਏਗਾ। ਔਰ ਜੋ ਗਲਤੀਆਂ ਅਸਾਂ ਕੀਤੀਆਂ ਨੇ ਔਰ ਕਰ ਰਹੇ ਹਾਂ ਉਹਨਾਂ ਦੇ ਵਿੱਚੋਂ ਅਸੀਂ ਉੱਭਰ ਵੀ ਸਕਾਂਗੇ, ਬਚ ਵੀ ਸਕਾਂਗੇ। ਸਾਹਿਬ ਸਤਿਗੁਰੂ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਜਿਸ ਪ੍ਰੇਮ ਨੂੰ ਸਭ ਤੋਂ ਉੱਤਮ ਰੰਗ ਮੰਨਦੀ, ਔਰ ਉਹ ਪ੍ਰੇਮ ਹੈ ਉਹ ਸੱਚੇ ਅਕਾਲ ਪੁਰਖ ਪਰਮੇਸ਼ਰ ਦਾ, ਉਹ ਸਾਡੇ ਹਿਰਦੇ ਵਿੱਚ ਟਿਕ ਜਾਏ, ਸਾਡੇ ਜੀਵਨ ਦੇ ਚੋਲੇ 'ਤੇ ਮਜੀਠ ਦਾ ਰੰਗ ਚੜ੍ਹ ਜਾਏ, ਤਾਂ ਕਿ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸਤਿਗੁਰੂ ਕਿਰਪਾ ਕਰੇ। ਭੁੱਲ ਚੁੱਕ ਦੀ ਖਿਮਾ ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।